ਹੈਵਨਸ ਗੇਟ ਟੈਲੀਵਿਜ਼ਨ ਤੇ ਤੇਰਾ ਸਭ ਦਾ ਸਵਾਗਤ ਕਰਦੇ ਹਾਂ। ਇੱਕ ਤਾਂ ਫਿਰ ਤੇਰੇ ਰੂਬਰੂ ਹੋਣ ਦਾ ਪ੍ਰਭੂ ਨੇ ਮੌਕਾ ਦਿੱਤਾ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਤੁਹਾਡਾ ਤੁਮ ਸਭ ਨੂੰ ਜੈ ਮਸੀਹ ਦੀ। ਦੋਸਤੋ ਭੈਣ ਤੇ ਭਾਈਓ, ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਲਓ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਵੇਖਾਂਗੇ ਕਿ ਯਹੋਨਾ ਰਸੂਲ ਦੀ ਅੰਜੀਲ ਉਹਦਾ ਇਹ ਪਹਿਲਾ ਚੈਪਟਰ, ਉਹਦੀਆਂ ਪਹਿਲੀਆਂ 12 ਆਇਤਾਂ ਅਸੀਂ ਵੇਖਾਂਗੇ, ਪੜ੍ਹਾਂਗੇ। ਉਹ ਇਸ ਤਰ੍ਹਾਂ ਲਿਖਿਆ ਹੈਗਾ, ਪੰਜਾਬੀ ਵਿੱਚ ਮੈਂ ਪੜ੍ਹੂੰਗਾ ਕਿ ਆਦਿ ਵਿੱਚ ਸ਼ਬਦ ਸੀ ਔਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ। ਇਹੋ ਆਦਿ ਵਿੱਚ ਪਰਮੇਸ਼ਵਰ ਦੇ ਸੰਗ ਸੀ। ਸਭ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੂ ਵੀ ਉਸ ਤੋਂ ਬਿਨਾਂ ਨਹੀਂ ਰਚੀ ਗਈ। ਉਸ ਵਿੱਚ ਜੀਵਨ ਸੀ ਅਤੇ ਉਹ ਜੀਵਨ ਇਨਸਾਨ ਦਾ ਚਾਨਣ ਸੀ। ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਪਰ ਹਨੇਰੇ ਨੇ ਉਹਨੂੰ ਨਾ ਬੁਝਾਇਆ। ਪਰਮੇਸ਼ਵਰ ਦੀ ਵੱਲੋਂ ਯਹੋਨਾ ਨਾਮੇ ਇੱਕ ਮਨੁੱਖ ਭੇਜਿਆ ਹੋਇਆ ਸੀ। ਇਹ ਸਾਖੀ ਦੇ ਲਈ ਆਇਆ ਕਿ ਚਾਨਣ ਉੱਤੇ ਸਾਖੀ ਦੇਵੇ, ਤਾਂ ਜੋ ਸਭ ਲੋਕ ਉਹਦੇ ਰਾਹੀਂ ਨਿਚਾ ਕਰਨ। ਉਹ ਆਪ ਚਾਨਣ ਤਾਂ ਨਹੀਂ ਸੀ, ਪਰ ਉਹ ਚਾਨਣ ਉੱਤੇ ਸਾਖੀ ਦੇਣ ਆਇਆ ਸੀ। ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ, ਜਗਤ ਵਿੱਚ ਆਉਣ ਵਾਲਾ ਸੀ। ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ, ਪਰ ਜਗਤ ਨੇ ਉਸ ਨੂੰ ਨਾ ਪਛਾਤਾ। ਉਹ ਆਪਣੇ ਘਰ ਆਇਆ ਔਰ ਜਿਹੜੇ ਉਸ ਦੇ ਆਪਣੇ ਸਨ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਸ਼ਚਾ ਕੀਤੀ। ਪ੍ਰਭੂ ਆਪਣੇ ਵਚਨ ਤੇ ਬਹੁਤ ਸਾਰੀ ਬਰਕਤ ਆਸ਼ੀਸ਼ ਦੇਵੇ। ਥੈਂਕ ਯੂ। ਆਮੀਨ। ਲਓ ਅਸੀਂ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਮੈਂ ਸਾਡੇ ਨਾਲ ਮੇਰੇ ਭਾਈ ਜੌਨ ਮਸੀਹ ਨੇ ਉਹ ਦੁਆ ਕਰਨਗੇ, ਪ੍ਰਾਰਥਨਾ ਕਰਨਗੇ। ਆਓ ਆਪਾਂ ਪ੍ਰਾਰਥਨਾ ਕਰੀਏ। ਪਿਤਾ ਪਰਮੇਸ਼ਵਰ, ਅਸੀਂ ਤੁਹਾਡਾ ਬਹੁਤ ਸਾਰਾ ਧੰਨਵਾਦ ਕਰਦੇ, ਸ਼ੁਕਰ ਕਰਦੇ ਪਿਤਾ ਕਿ ਅੱਜ ਇਹ ਸਮਾਂ ਤੁਸੀਂ ਸਾਨੂੰ ਦਿੱਤਾ ਤਾਂ ਕਿ ਅਸੀਂ ICC ਦੇ ਵਸੀਲੇ ਦੇ ਨਾਲ ਵੀਨਸ TV ਦੇ ਦੁਆਰਾ ਪਿਤਾ ਇਸ ਤੁਹਾਡੀ ਸੱਚੀ ਬਾਣੀ, ਤੁਰਕੀ ਬਾਣੀ ਜਿਹੜੀ ਜਿਹਨੇ ਸਾਡੇ ਜੀਵਨ ਬਦਲੇ ਪ੍ਰਭੂ, ਉਹਦੀਆਂ ਗੱਲਾਂ ਕਰ ਸਕੀਏ, ਤੁਹਾਡੀ ਮੁਹੱਬਤ ਨੂੰ ਪੇਸ਼ ਕਰ ਸਕੀਏ। ਪਿਆਰੇ ਪਿਤਾ, ਮੈਂ ਆਪਣੇ ਆਪ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਤੁਹਾਡੇ ਹੱਥਾਂ 'ਚ ਦਿੰਦਾ, ਔਰ ਖਾਸ ਤੌਰ ਤੇ ਜਿਹੜੇ ਵਿਊਅਰ ਨੇ ਸਭਨਾਂ ਦੇ ਉੱਤੇ ਹੋਣਾ ਪਿਤਾ ਪਰਮੇਸ਼ਵਰ, ਔਰ ਸਾਡੀ ਸਭ ਦੀ ਮਦਦ ਕਰੋ ਤਾਂ ਕਿ ਅਸੀਂ ਤੁਹਾਡੀ ਅਸਮਾਨ ਵਾਲੀ ਮਰਜ਼ੀ ਨੂੰ ਇਸ ਧਰਤੀ ਉੱਤੇ ਪੂਰਾ ਕਰ ਸਕੀਏ। ਹਾਲੇਲੂਇਆ। ਪ੍ਰਭੂ ਯਿਸੂ ਤੁਹਾਡੇ ਵੱਡੇ ਨਾਮ ਦੇ ਵਿੱਚ, ਆਮੀਨ। ਦੋਸਤੋ ਭੈਣ ਤੇ ਭਾਈਓ, ਇੱਕ ਦਫਾ ਫਿਰ ਤੁਹਾਡਾ ਸਵਾਗਤ ਕਰਦੇ ਹਾਂ, ਤੁਹਾਨੂੰ ਵੈਲਕਮ ਆਖਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਜਿਹਨੇ ਵਾਅਦਾ ਕੀਤਾ ਹੈ ਕਿ ਜੋ ਕੁਛ ਵੀ ਤੁਸੀਂ ਮੇਰੇ ਨਾਮ 'ਚ ਮੰਗੋਗੇ ਤੇ ਮੈਂ ਤੁਹਾਨੂੰ ਦੇ ਦੇਵਾਂਗਾ। ਤੇ ਇਸੇ ਨਾਮ ਦੇ ਵਿੱਚ ਅੱਜ ਅਸੀਂ ਜਮ੍ਹਾਂ ਹੋਏ ਹਾਂ, ਇਸੇ ਨਾਮ ਦੇ ਵਿੱਚ ਅਸੀਂ ਤੇਰੇ ਰੂਬਰੂ ਆਏ ਹਾਂ ਤਾਂ ਕਿ ਤੁਸੀਂ ਉਸ ਦੇ ਬਾਰੇ ਜਾਣ ਸਕੋ, ਉਸ ਦੀ ਸੱਚਾਈ ਨੂੰ ਜਾਣ ਸਕੋ। ਅੱਜ ਮੇਰੇ ਨਾਲ ਮਹਿਮਾਨ ਜੋ ਸਟੂਡੀਓ ਦੇ ਵਿੱਚ ਹਨ, ਮੇਰੇ ਰਾਈਟ ਹੈਂਡ ਸਾਈਡ ਤੇ ਗਿਆਨ ਸੰਧੂ ਹਨ ਤੇ ਮੈਂ ਉਹਨਾਂ ਨੂੰ ਵੈਲਕਮ ਆਖਦਾ ਹਾਂ। ਐਂਡ ਮੇਰੇ ਲੈਫਟ ਹੈਂਡ ਸਾਈਡ ਤੇ ਬ੍ਰਦਰ ਜੌਨ ਮਸੀਹ ਹਨ, ਜੈ ਮਸੀਹ ਕੀ। ਤੇ ਉਹਨਾਂ ਦੇ ਸਾਈਡ ਤੇ ਜਿਹੜੇ ਬੈਠੇ ਹਨ ਸਿਸਟਰ ਤਰਨਪ੍ਰੀਤ ਕੌਰ ਹਨ, ਜੈ ਮਸੀਹ ਕੀ। ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ। ਦੋਸਤੋ ਭੈਣ ਤੇ ਭਾਈਓ, ਇਸ ਤੋਂ ਪਹਿਲਾਂ ਕਿ ਮੈਂ ਗਿਆਨ ਸੰਧੂ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂ, ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਅਗਰ ਕਿਸੇ ਨੇ ਪ੍ਰੋਗਰਾਮ ਦੇ ਦਰਮਿਆਨ ਕੋਈ ਰਿਕੁਐਸਟ, ਤੁਹਾਡੀ ਕੋਈ ਪ੍ਰਾਰਥਨਾ ਕਰਾਉਣੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਤੁਹਾਡੀ ਕੋਈ ਸਮੱਸਿਆ ਹੈ, ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ, ਤੁਸੀਂ ਦੁਆ ਕਰਾਉਣੀ ਚਾਹੁੰਦੇ ਹੋ, ਅੱਜ ਕੋਈ ਦੂਸਰਾ ਇਨਸਾਨ ਨਹੀਂ, ਸਿਰਫ ਇੱਕ ਹੈ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ। ਤੁਹਾਡੀ ਸਾਰੀ ਲੋੜ ਨੂੰ, ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਉਹ ਜਾਣਦਾ ਹੈ ਤੇ ਪੂਰੀਆਂ ਵੀ ਕਰ ਸਕਦਾ ਹੈ। ਤੇ ਤੁਸੀਂ ਜ਼ਰੂਰ ਸਾਡੇ ਨਾਲ ਟੈਲੀਫੋਨ ਤੇ ਗੱਲ ਕਰ ਸਕਦੇ ਹੋ, ਜਿੱਥੇ ਵੀ ਤੁਸੀਂ ਬੈਠੇ ਹੋ। ਅੱਜ ਖੁਦਾਵੰਦ ਕਿਸੇ ਨਾ ਕਿਸੇ ਜੀਵਨ ਨੂੰ ਬਦਲੇ, ਤਾਂ ਕਿ ਸਾਡੀ ਇਹ ਖੁਸ਼ੀ ਹੈ, ਕਿਉਂਕਿ ਸਵਰਗ ਦੇ ਵਿੱਚ ਹੀ ਪਰਮੇਸ਼ਵਰ ਦੀ ਬਾਣੀ ਦੱਸਦੀ ਹੈ ਕਿ ਜਦੋਂ ਇੱਕ ਗੁਨਾਹਗਾਰ ਆਪਣੇ ਗੁਨਾਹਾਂ ਤੇ ਆਪਣੇ ਪਾਪਾਂ ਤੋਂ ਵੱਲੋਂ ਮੁੜਦਾ ਹੈ ਤੇ ਸਵਰਗ ਦੇ ਵਿੱਚ ਬਹੁਤ ਖੁਸ਼ੀਆਂ ਹੁੰਦੀਆਂ ਹਨ। ਤੇ ਅੱਜ ਤੁਹਾਡਾ ਵੀ ਸਵਰਗ ਦੇ ਵਿੱਚ ਸਵਾਗਤ ਕੀਤਾ ਜਾ ਸਕਦਾ ਹੈ ਅਗਰ ਤੁਸੀਂ ਆਪਣੇ ਦਿਲ ਦਾ ਦਰਵਾਜ਼ਾ ਪ੍ਰਭੂ ਦੇ ਲਈ ਖੋਲੋਗੇ। ਮੈਂ ਪਹਿਲੇ ਵੀ ਦੱਸ ਚੁੱਕਾ ਹਾਂ, ਜਿੰਨਾ ਚਿਰ ਤੇਰੇ ਦਿਲ ਦਾ ਦਰਵਾਜ਼ਾ ਬੰਦ ਹੈ, ਉਹਨਾਂ ਚਿਰ ਸਵਰਗ ਦਾ ਦਰਵਾਜ਼ਾ ਵੀ ਤੁਹਾਡੇ ਲਈ ਬੰਦ ਹੈ। ਜਦੋਂ ਤੁਸੀਂ ਆਪਣੇ ਦਿਲ ਦਾ ਦਰਵਾਜ਼ਾ ਉਹਦੇ ਲਈ ਖੋਲ੍ਹ ਦੇਵੋਗੇ ਤੇ ਸਵਰਗ ਦਾ ਦਰਵਾਜ਼ਾ ਵੀ ਤੁਹਾਡੇ ਲਈ ਖੁੱਲ੍ਹ ਜਾਵੇਗਾ ਆਟੋਮੈਟਿਕਲੀ। ਤੇ ਲੋ, ਮੈਂ ਆਪਣੇ ਜ਼ਿਆਦਾ ਟਾਈਮ ਨਾ ਲੈਂਦੇ ਹੋਇਆ ਮੈਂ ਆਪਣੇ ਭਾਈ ਗਿਆਨ ਸੰਧੂ ਜੀ ਦੀ ਵੱਲ ਜਾਂਦਾ ਹਾਂ, ਔਰ ਉਹਨਾਂ ਦੇ ਕੋਲੋਂ ਪੁੱਛਾਂਗੇ ਕਿ ਇਹ ਸਵਰਗ ਦਾ ਦਰਵਾਜ਼ਾ ਉਹਨਾਂ ਦੇ ਲਈ ਕਿਸ ਤਰ੍ਹਾਂ ਖੁੱਲ੍ਹਿਆ, ਕਿ ਉਹ ਕਿਉਂ ਉਹਨਾਂ ਨੇ ਉਹਨਾਂ ਨੂੰ ਇਹ ਚੀਜ਼ ਦੀ ਅਹਿਸਾਸ ਕੀਤਾ ਕਿ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਦੀ ਲੋੜ ਪਈ, ਔਰ ਕਦੋਂ ਔਰ ਕਿੰਨੀ ਦੇਰ ਤੋਂ ਪ੍ਰਭੂ ਦੇ ਵਿੱਚ ਆਏ। ਤੇ ਗਿਆਨ ਸੰਧੂ ਜੀ, ਇਟਸ ਓਵਰ ਟੂ ਯੂ ਸਰ। ਥੈਂਕ ਯੂ ਬ੍ਰਦਰ। ਜੈ ਮਸੀਹ ਦੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ, ਤੇ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਉਹਨੇ ਜਿਹਨੇ ਮੈਨੂੰ ਅੱਜ ਮੌਕਾ ਦਿੱਤਾ ਔਰ ਇੱਥੇ ਲੈ ਕੇ ਆਇਆ ਆਪਣੀ ਗਵਾਹੀ ਦੇਣ ਵਾਸਤੇ। ਮੈਂ ਵੀ ਪਹਿਲਾਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦਾ ਸੀ
ਇਸ ਮੁਲਕ ਦੇ ਵਿੱਚ ਮੈਂ 1971 ਦੇ ਵਿੱਚ ਪਹਿਲੇ ਮਹੀਨੇ ਨੂੰ ਅਸੀਂ ਆਏ ਤੇ ਫਿਰ ਇੱਥੇ ਵੱਡੇ ਹੋਏ। 10 ਸਾਲ ਦੀ ਮੇਰੀ ਉਮਰ ਸੀਗੀ, ਸਕੂਲੇ ਜਾਂਦੇ ਸੀ ਔਰ ਪ੍ਰਭੂ ਯਿਸੂ ਮਸੀਹ ਬਾਰੇ ਨਹੀਂ ਇੰਨਾ ਕੁਝ ਪਤਾ ਨਹੀਂ ਸੀ। ਸਕੂਲੇ ਜ਼ਰੂਰ ਜਿੱਦਾਂ ਭਜਨ ਗੀਤ ਗਾਉਂਦੇ ਹੁੰਦੇ ਸੀ, ਅਸੈਂਬਲੀ ਹੁੰਦੀ ਸੀਗੀ, ਕ੍ਰਿਸਮਸ ਈਸਟਰ ਮਨਾਉਂਦੇ ਹੁੰਦੇ ਸੀ, ਪਰ ਕੋਈ ਨੌਲੇਜ ਨਹੀਂ ਸੀ ਵੀ ਕੀ ਮਤਲਬ ਇਹ ਗੱਲਾਂ ਸਾਰੀਆਂ ਦਾ ਹੈਗਾ। ਪਰ ਇੱਕ ਮੇਰਾ ਦੋਸਤ ਜੋ ਪ੍ਰਭੂ ਯਿਸੂ ਮਸੀਹ ਨੂੰ ਉਹਨੇ ਕਬੂਲ ਕੀਤਾ, ਉਹ ਮੈਨੂੰ ਫਿਰ ਉਹਨੇ ਆਪਣੇ ਇਨਵਾਈਟ ਕਰਦਾ, ਸੱਦਾ ਦਿੰਦਾ ਹੁੰਦਾ ਸੀ ਵੀ ਭਾਈ ਗਿਆਨ ਚਰਚ ਨੂੰ ਆਈ, ਅਤੇ ਮੈਂ ਉਹਨੂੰ ਜਵਾਬ ਦੇਣਾ ਵੀ ਮੇਰੇ ਤੋਂ ਟਾਈਮ ਨਹੀਂ, ਵੀ ਮੈਂ ਆਪਣੇ ਕੰਮਾਂ ਧੰਦਾਂ 'ਚ ਆਪਣੇ ਦੋਸਤਾਂ ਨਾਲ ਆਪਣਾ ਜੀਵਨ ਜਿੱਦਾਂ ਆਮ ਜਵਾਨ, ਮੈਂ ਉਸ ਵੇਲੇ ਆਪਣੀ ਜਵਾਨੀ ਵਿੱਚ ਸੀਗਾ, ਅਤੇ ਜਿੱਦਾਂ ਆਮ ਜਵਾਨ ਆਪਣਾ ਜੀਵਨ ਕੱਟਦੇ ਮੈਂ ਉਸ ਤਰੀਕੇ ਨਾਲ ਆਪਣਾ ਈਸ਼ਵਰ ਕਰਦਾ ਸੀ, ਖਾਣ ਪੀਣ ਦੇ ਵਿੱਚ ਮਜ਼ਾ ਲੁੱਟਣ ਦੇ ਵਿੱਚ ਲੱਗਾ ਹੋਇਆ ਸੀ। ਉਹ ਫਿਰ ਮੇਰਾ ਦੋਸਤ ਕਈ ਵਾਰੀ ਉਹਨੇ ਮੈਨੂੰ ਇਨਵਾਈਟ ਕੀਤਾ ਵੀ ਚਰਚ ਦੇ ਵਿੱਚ ਜ਼ਰੂਰ ਆਈ, ਅਤੇ ਫਿਰ ਇਹ 1986 ਦੇ ਵਿੱਚ ਈਸਟਰ ਦੇ ਸਮੇਂ ਮੈਂ ਉਹਦੇ ਫਿਰ ਸੋਚਿਆ ਵੀ ਬਹੁਤ ਵਾਰੀ ਇਹਨੇ ਮੈਨੂੰ ਕਿਹਾ ਵੀ ਜ਼ਰੂਰੀ ਮੈਂ ਇੱਕ ਵਾਰੀ ਜਾ ਕੇ ਵੀ ਦੇਖਾਂ, ਅਤੇ ਫਿਰ ਮੈਂ ਪਹਿਲੀ ਵਾਰੀ ਉਸ ਵੇਲੇ ਆਪਣੇ ਵੁਲਹੈਂਪਟਨ ਏਸ਼ੀਅਨ ਕ੍ਰਿਸਚੀਅਨ ਫੈਲੋਸ਼ਿਪ ਚਰਚ ਜਿਹੜਾ ਉੱਥੇ ਬਜ਼ੁਰਗ ਮਿਸਟਰ ਸਮਰ ਸੀ, ਉਹ ਉੱਥੇ ਮੈਂ ਗਿਆ ਅਤੇ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਉਹ ਪ੍ਰੋਗਰਾਮ ਚੱਲ ਰਿਹਾ ਸੀ, ਅਤੇ ਗੁੱਡ ਫਰਾਈਡੇ ਦਾ ਪ੍ਰੋਗਰਾਮ ਸੀ। ਅਤੇ ਫਿਰ ਉਹਨੇ ਅਨਾਊਂਸਮੈਂਟ ਕੀਤੀ ਵੀ ਕੱਲ੍ਹ ਨੂੰ ਸ਼ਨੀਚਰਵਾਰ ਆ, ਉੱਥੇ ਫਿਲਮ ਦਿਖਾਈ ਜਾਊਗੀ ਯਿਸੂ ਮਸੀਹ ਦੀ। ਫਿਰ ਮੇਰੇ ਚਰਨਜੀਤ ਭਰਾ ਨੇ ਮੈਨੂੰ ਕਿਹਾ, ਪਰ ਮੈਂ ਆਪੇ ਹੀ ਮੇਰੇ ਦਿਲ 'ਚ ਕੁਛ ਜਾਣ ਦੇ ਨਾਲ ਉੱਥੇ ਮੈਨੂੰ ਸ਼ੌਂਕ ਪੈਦਾ ਹੋਇਆ, ਜਾਂ ਮੈਨੂੰ ਉੱਥੇ ਲੋਕਾਂ ਨੇ ਪਿਆਰ ਕੀਤਾ, ਬਾਕੀ ਜਗ੍ਹਾ ਨਾਲ ਕੁਛ ਅਜੀਬ ਲੱਗਾ, ਅਤੇ ਮੈਂ ਫਿਰ ਸੈਚਰਡੇ ਵਾਲੇ ਦਿਨ ਵੀ ਗਿਆ ਉੱਥੇ। ਅਤੇ ਜਿਸ ਵੇਲੇ ਉਹਨੇ ਯਿਸੂ ਮਸੀਹ ਦੀ ਫਿਲਮ ਦਿਖਾਈ, ਦੇਖ ਕੇ ਖਤਮ ਹੋ ਗਈ, ਉਹਨੇ ਅਨਾਊਂਸ ਕੀਤਾ ਵੀ ਕੱਲ੍ਹ ਨੂੰ ਐਤਵਾਰ ਆ, ਸਵੇਰ ਨੂੰ 11 ਵਜੇ ਇੱਥੇ ਬੰਦਗੀ ਹੋਣੀ ਆ। ਮੈਂ ਫਿਰ ਖੁਦ ਆਪੇ ਹੀ ਉੱਥੇ ਚਲ ਗਿਆ ਸੰਡੇ ਮੋਰਨਿੰਗ। ਫਿਰ ਸੰਡੇ ਮੋਰਨਿੰਗ ਦੀ ਸਰਵਿਸ ਫਿਨਿਸ਼ ਹੋਈ, ਕਹਿੰਦੇ ਸ਼ਾਮ ਨੂੰ 6 ਵਜੇ ਇਬਾਦਤ ਹੋਣੀ। ਫਿਰ ਮੈਂ ਇੱਦਾਂ ਮੈਂ ਲਗਾਤਾਰ ਜਾਂਦਾ ਰਿਹਾ, ਔਰ ਮੈਨੂੰ ਸ਼ੌਂਕ ਹੋ ਗਿਆ, ਔਰ ਮੈਨੂੰ ਹਜੇ ਪ੍ਰਭੂ ਯਿਸੂ ਮਸੀਹ ਬਾਰੇ ਇੰਨਾ ਪਤਾ ਨਹੀਂ ਲੱਗਾ, ਪਰ ਸਿੱਖਣ ਲੱਗ ਪਿਆ। ਇੱਦਾਂ ਹੀ ਇਸੇ ਸਾਲ ਦੇ ਵਿੱਚ 1986 ਦੇ ਵਿੱਚ ਜੁਲਾਈ ਦਾ ਮਹੀਨਾ 3 ਤਰੀਕ ਇੱਕ ਬਾਹਰ ਸਾਡੇ ਸ਼ਹਿਰ ਦੇ ਲਾਗੇ ਇੱਕ ਸੈਜਲੀ ਸ਼ਹਿਰ ਹੈ, ਉੱਥੇ ਮਤਲਬ ਬਾਹਰੋਂ ਕੋਈ ਪ੍ਰਚਾਰਕ ਨੇ ਤੰਬੂ ਲਾ ਕੇ ਪਾਰਕ ਦੇ ਵਿੱਚ ਪ੍ਰਚਾਰ ਕਰਨਾ ਸੀ, ਅਤੇ ਮੈਨੂੰ ਮੇਰੇ ਭਰਾਵਾਂ ਨੇ ਚਰਚ ਵਾਲਿਆਂ ਨੇ ਕਿਹਾ ਵੀ ਉੱਥੇ ਇੱਦਾਂ ਮੀਟਿੰਗ ਹੋਣੀ, ਵੀ ਜਾਊਂਗਾ। ਮੈਂ ਕਿਹਾ ਹਾਂ ਜ਼ਰੂਰ ਜਾਊਂਗਾ। ਮੈਂ ਬਹੁਤ ਪਸੰਦ ਕਰਦਾ ਸੀ ਪਰਮੇਸ਼ਵਰ ਦਾ ਵਚਨ ਜਿਹੜਾ ਪ੍ਰਚਾਰ ਕਰਦੇ ਸੁਣਨਾ, ਅਤੇ ਉੱਥੇ ਵੀ ਇੱਦਾਂ ਹੀ ਪਰਮੇਸ਼ਵਰ ਦਾ ਵਚਨ ਜਿਸ ਵੇਲੇ ਸੁਣਿਆ, ਅਤੇ ਉਹਨੇ ਦਾਅਵਾ ਦਿੱਤੀ ਲੋਕਾਂ ਨੂੰ ਬਾਅਦ 'ਚ ਵੀ ਜੇ ਕੋਈ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਕਬੂਲ ਕਰਨਾ ਚਾਹੁੰਦਾ ਅਤੇ ਉਹ ਉੱਠ ਕੇ ਮੂਹਰੇ ਆਵੇ। ਅਤੇ ਮੈਂ ਚਾਹੁੰਦਾ ਸੀ ਜਾਣਾ ਮੂਹਰੇ, ਪਰ ਮੈਨੂੰ ਇੱਦਾਂ ਮਹਿਸੂਸ ਹੁੰਦਾ ਜਿੱਦਾਂ ਡਰਦਾ ਜਾਂ ਸੰਗਦਾ ਸੀ ਵੀ ਹੌਲੀ ਹੌਲੀ ਜਿਹੜਾ ਜਾਣ ਲੱਗੇ ਦੂਸਰੇ ਵੀ ਭੈਣ ਭਾਈ ਉੱਠ ਕੇ, ਮੈਂ ਵੀ ਹਿੰਮਤ ਫੜੀ, ਪਰਮੇਸ਼ਰ ਨੇ ਮੈਨੂੰ ਤਾਕਤ ਦਿੱਤੀ, ਮੈਂ ਵੀ ਫਿਰ ਉੱਥੇ ਮੂਹਰੇ ਜਾ ਕੇ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕੀਤਾ, ਆਪਣੇ ਪਾਪਾਂ ਦਾ ਇਕਰਾਰ ਕੀਤਾ, ਮਾफ़ੀ ਮੰਗੀ, ਉਹਨੇ ਪ੍ਰਾਰਥਨਾ ਕੀਤੀ, ਅਤੇ ਉਸ ਦਿਨ ਤੋਂ ਲੱਗ ਕੇ ਉਸ ਦਿਨ ਇੱਦਾਂ ਮੈਂ ਮਹਿਸੂਸ ਕੀਤਾ ਵੀ ਮੇਰੇ ਅੰਦਰ ਕੋਈ ਅਜੀਬ ਸ਼ਾਂਤੀ ਜਿੱਦਾਂ ਆ ਗਈ ਆ। ਅਤੇ ਬਾਅਦ 'ਚ ਫਿਰ ਮੈਂ ਆਪਣੇ ਚਾਚੇ ਚਾਚੀ ਮੇਰਾ ਨੈਕਸਟ ਡੋਰ ਰਹਿੰਦੇ ਸੀ, ਉਹਨਾਂ ਨੂੰ ਮੈਂ ਦੱਸਿਆ ਜਾ ਕੇ, ਮੈਂ ਕਿਹਾ ਮੇਰੇ ਨਾਲ ਇੱਦਾਂ ਹੋਈ ਵੀ ਮੈਂ ਰਾਤੀ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਦਿਲ ਦਿੱਤਾ, ਔਰ ਮੈਂ ਬਹੁਤ ਸ਼ਾਂਤ ਹਾਂ, ਮੈਨੂੰ ਅਜੀਬ ਜਿਹੀ ਸ਼ਾਂਤੀ ਮਹਿਸੂਸ ਹੋਈ, ਅਤੇ ਉਸ ਦਿਨ ਤੋਂ ਲੱਗ ਕੇ ਅੱਜ ਤੱਕ ਉਹ ਸ਼ਾਂਤੀ ਮੇਰੇ ਨਾਲ ਆ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਜਿਹਨੇ ਮੈਨੂੰ ਮੇਰੇ ਦਿਲ ਦੀਆਂ ਅੱਖਾਂ ਨੂੰ ਚਾਨਣ ਕੀਤਾ। ਪਹਿਲਾਂ ਮੈਂ ਆਪਣਾ ਜੀਵਨ ਚਲਾਉਂਦਾ ਸੀ, ਪਰ ਉਸ ਦਿਨ ਤੋਂ ਲੱਗ ਕੇ ਹੁਣ ਮੈਂ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਲੱਗਾ ਹੋਇਆ, ਔਰ ਮੇਰਾ ਜੀਵਨ ਉਹ ਚਲਾਉਂਦਾ, ਔਰ ਮੈਨੂੰ ਉਹਨੇ ਬਹੁਤ ਬਰਕਤ, ਅਸ਼ੀਸ਼, ਪਤਨੀ, ਵਾਈਫ, ਬੱਚੇ ਦਿੱਤੇ, ਔਰ ਸ਼ਾਂਤੀ, ਖੁਸ਼ੀ ਦਿੱਤੀ। ਮੈਂ ਉਹਦਾ ਲੱਖ ਲੱਖ ਸ਼ੁਕਰ ਕਰਦਾ। ਇਹ ਸਾਰਾ ਕੁਝ ਮੇਰੇ ਇੱਦਾਂ ਨਹੀਂ ਹੋਵੇ ਮੈਂ ਕੋਈ ਚੰਗਾ ਸੀ, ਮੈਂ ਬਿਲਕੁਲ ਨਿਕੰਮਾ ਸੀ, ਜਿੱਦਾਂ ਆਮ ਦੁਨੀਆ 'ਚ ਲੋਕ ਰਹਿੰਦੇ ਉੱਦਾਂ ਦੇ ਕੰਮ ਕਰਦਾ ਸੀ, ਸਰੀਰਕ ਕੰਮ ਕਰਦਾ ਸੀ, ਜੋ ਮਨ 'ਚ ਗੱਲ ਆਉਂਦੀ ਸੀ ਉਹੀ ਕਰਦਾ ਸੀ। ਪਰ ਇਹ ਪਰਮੇਸ਼ਵਰ ਦੀ ਉਹਦੀ ਦਇਆ ਅਤੇ ਕਿਰਪਾ ਮੇਰੇ 'ਤੇ ਹੋਈ, ਉਹਨੇ ਮੈਨੂੰ ਦਿਖਾਇਆ ਵੀ ਮੈਂ ਇੱਕ ਪਾਪੀ ਹਾਂ, ਔਰ ਮੈਨੂੰ ਮੁਕਤੀ ਦੀ ਲੋੜ ਆ, ਔਰ ਮੈਂ ਇਹ ਆਪ ਕਦੀ ਵੀ ਆਪਣੇ ਕੰਮਾਂ ਰਾਹੀਂ ਜਾਂ ਭਗਤੀ ਰਾਹੀਂ ਕਦੀ ਵੀ ਇਹ ਮੁਕਤੀ ਨੂੰ ਹਾਸਲ ਨਹੀਂ ਕਰ ਸਕਦਾ, ਪਰ ਉਹਦੀ ਦਇਆ ਔਰ ਕਿਰਪਾ ਦੇ ਵਸੀਲੇ ਨਾਲ ਮੇਰੇ ਤੱਕ ਪਹੁੰਚੀ। ਮੈਂ ਉਹਦਾ ਧੰਨਵਾਦ ਕਰਦਾ, ਔਰ ਜਿੰਨੇ ਮੇਰੀ ਵੋਇਸ ਸੁਣੀ ਮੈਂ ਸਾਰਿਆਂ ਨੂੰ ਜੈ ਮਸੀਹ ਦੀ। ਅੱਛਾ ਗਿਆਨ ਜੀ, ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਗੱਲ ਨੂੰ ਇੱਥੇ ਖਤਮ ਕਰੋ, ਮੈਂ ਤੁਹਾਡੇ ਕੋਲ ਇੱਕ ਪੁੱਛਣਾ ਚਾਹੁੰਦਾ ਹੈਗਾ ਕਿ ਤੁਸੀਂ ਬਚ ਗਏ ਹੋ, ਤਾਂ ਕੀ ਤੁਹਾਡੀ ਫੈਮਿਲੀ
ਤੇ ਮੈਂਬਰ ਵੀ ਬੱਚੀ, ਤੇਰੀ ਪਤਨੀ ਜਾਂ ਤੇਰੇ ਬੱਚੇ, ਕਿੰਨੇ ਤੇਰੇ ਬੱਚੇ ਨੇ? ਮੇਰੇ ਚਰਚ ਵਿੱਚ ਹੀ ਮੇਰਾ ਵਿਆਹ ਹੋਇਆ ਉੱਥੇ ਹੀ, ਤੇ ਮੇਰੀ ਪਤਨੀ ਵੀ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਦੀ, ਉਹ ਵੀ ਵਿਸ਼ਵਾਸ ਕਰਦੀ। ਤੇ ਬਾਅਦ 'ਚ ਸਾਡੇ 3 ਬੱਚੇ ਆ, ਤਿੰਨ ਲੜਕੇ ਪਰਮੇਸ਼ਵਰ ਨੇ ਦਿੱਤੇ, ਤਿੰਨੇ ਹੀ ਪ੍ਰਭੂ ਨੂੰ ਪਿਆਰ ਕਰਦੇ। 2 ਇਸ ਵੇਲੇ ਪੜ੍ਹਦਾ ਯੂਨੀਵਰਸਿਟੀਆਂ ਦੇ ਵਿੱਚ, ਇੱਕ ਸਕਾਲੈਂਡ ਪੜ੍ਹਦਾ, ਇੱਕ ਲੰਡਨ, ਤੇ ਇੱਕ ਲੜਕਾ 14 ਸਾਲ ਦਾ ਸਾਡੇ ਘਰ ਸਾਡੇ ਨਾਲ ਆ ਹਜੇ, ਉਹ ਵੀ ਪ੍ਰਭੂ ਨੂੰ ਪਿਆਰ ਕਰਦਾ। ਤੇ ਪ੍ਰਭੂ ਨੇ ਤੈਨੂੰ ਬੜੀ ਬਰਕਤਾਂ ਦਿੱਤੀਆਂ। ਮੈਨੂੰ ਆਈ ਨੋ ਦੈਟ ਕਿ ਹਰ ਤਰ੍ਹਾਂ ਦੇ ਨਾਲ ਪ੍ਰਭੂ ਨੇ ਤੈਨੂੰ ਬੜੀਆਂ ਬਰਕਤਾਂ ਦਿੱਤੀਆਂ ਹੈਗੀਆਂ। ਫਾਈਨੈਂਸ਼ੀਅਲੀ ਵੀ ਤੁਸੀਂ ਪ੍ਰਭੂ ਨੇ ਤੈਨੂੰ ਬਹੁਤ ਮਜ਼ਬੂਤ ਕੀਤਾ, ਬਹੁਤ ਤੈਨੂੰ ਬਰਕਤਾਂ ਹੈਗੀਆਂ। ਜੋ ਤੁਸੀਂ ਆਪਣੀ ਗਵਾਹੀ ਪੇਸ਼ ਕੀਤੀ ਹੈਗੀ ਆ, ਤੁਸੀਂ ਜਿਹੜੇ ਇਸ ਵੇਲੇ ਜਿੰਨੇ ਭੈਣ ਭਾਈ ਇਹਨੂੰ ਵਾਚ ਕਰ ਰਹੇ, ਪ੍ਰੋਗਰਾਮ ਦੇਖ ਰਹੇ ਹਨ, ਤੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦਾ, ਤੁਸੀਂ ਵੀ ਪ੍ਰਭੂ ਯਿਸੂ ਮਸੀਹ ਦੇ ਬਾਰੇ ਗੌਰ ਕਰੋ, ਸੋਚੋ, ਕਿਉਂਕਿ ਇੱਕੋ ਹੀ ਪਰਮੇਸ਼ਵਰ ਹੈ, ਇੱਕੋ ਹੀ ਮੁਕਤੀਦਾਤਾ ਹੈ, ਇੱਕੋ ਹੀ ਪਰਮੇਸ਼ਵਰ ਦੇ ਤੇ ਇਨਸਾਨ ਦੇ ਦਰਮਿਆਨ ਜਿਹੜਾ ਸਾਡਾ ਮੇਲ ਮਿਲਾਪ ਕਰਾਉਣ ਵਾਲਾ ਹੈ, ਉਹ ਖੁਦ ਪ੍ਰਭੂ ਯਿਸੂ ਮਸੀਹ, ਜਿਹਨੇ ਸਾਡੇ ਵਾਸਤੇ ਆਣ ਕੇ ਖੁਦ ਜਿਹੜਾ ਪਾਪ ਦਾ ਜਾਣੂ ਨਹੀਂ ਸੀ, ਸਾਡੇ ਵਾਸਤੇ ਪਾਪੀ ਠਹਿਰਾਇਆ, ਔਰ ਸਾਡੀ ਸਜ਼ਾ ਉਹਨੇ ਸਲੀਬ ਤੇ ਆਪ ਲੈ ਕੇ ਆਪਣਾ ਖੂਨ ਦੇ ਕੇ ਸਾਡਾ ਨਿਸਤਾਰਾ ਕਰਾਇਆ। ਇਹ ਹੋਰ ਕਿਸੇ ਤਰੀਕੇ ਨਾਲ ਇਦਾਂ ਹੋ ਨਹੀਂ ਸਕਦਾ। ਅਸੀਂ ਪਹਿਲਾਂ, ਮੇਰੇ ਸਾਰਾ ਪਰਿਵਾਰ ਜਿਹੜਾ ਉਹ ਰਾਧਾ ਸਵਾਮੀ ਹੈ, ਮੇਰੇ ਮਾਂ ਬਾਪ, ਮੇਰੇ ਦਾਦੀ ਬਾਬਾ, ਸਾਰੇ ਅਸੀਂ ਰਾਧਾ ਸਵਾਮੀ ਦੇ ਜਾਂਦੇ, ਮੈਂ ਵੀ ਜਾਂਦਾ ਹੁੰਦਾ ਸੀ, ਪਰ ਮੈਂ ਆਪ ਤਾਂ ਨਹੀਂ ਸੀ, ਪਰ ਮੇਰੀ ਉਮਰ ਥੋੜ੍ਹੀ ਸੀ, ਪਰ ਸਾਡਾ ਸਾਰਾ ਘਰਾਣਾ ਰਾਧਾ ਸਵਾਮੀ ਨੂੰ ਮੰਨਦਾ। ਉਹਨਾਂ ਦੀ ਉਹ ਕੋਸ਼ਿਸ਼ ਕਰਦੇ ਆ ਪਰਮੇਸ਼ਵਰ ਤੱਕ ਪਹੁੰਚਣ ਦੀ, ਪਰ ਇਹ ਮਸੀਹ ਨੇ ਸਾਡੇ ਵਾਸਤੇ ਖੁਦ ਆਣ ਕੇ ਰਸਤਾ ਖੋਲ੍ਹ ਦਿੱਤਾ। ਅਸੀਂ ਸਿਰਫ ਕਬੂਲ ਕਰਨਾ, ਔਰ ਇਹ ਪਰਮੇਸ਼ਵਰ ਨੇ ਤੋਹਫਾ ਸਾਡੇ ਵਾਸਤੇ ਭੇਜਿਆ। ਅਸੀਂ ਤੋਹਫੇ ਨੂੰ ਕੀ ਕਰਨਾ, ਉਹਨੂੰ ਹਾਸਲ ਕਰਨਾ, ਲੈਣਾ ਔਰ ਧੰਨਵਾਦ ਕਰਨਾ। ਔਰ ਮੈਂ ਜਦੋਂ ਇਸ ਤੋਹਫੇ ਨੂੰ ਕਬੂਲ ਕੀਤਾ ਆਪਣੇ ਜੀਵਨ ਦੇ ਵਿੱਚ, ਮੇਰਾ ਜੀਵਨ ਸਾਰਾ ਹੀ ਬਦਲ ਗਿਆ। ਜਿਹੜੇ ਕੰਮ ਮੈਂ ਪਹਿਲਾਂ ਕਰਦਾ ਸੀ ਉਹ ਹੁਣ ਮੈਂ ਨਹੀਂ ਕਰਦਾ, ਉਹਨਾਂ ਨੂੰ ਮੈਂ ਨਫ਼ਰਤ ਕਰਦਾ, ਪਰ ਹੁਣ ਮੈਂ ਪ੍ਰਭੂ ਨੂੰ ਪਿਆਰ ਕਰਦਾ ਔਰ ਪ੍ਰਭੂ ਦੇ ਪਿੱਛੇ ਚੱਲਦਾ। ਪਹਿਲਾਂ ਮੈਂ ਹਨੇਰੇ 'ਚ ਸੀਗਾ, ਮੈਨੂੰ ਪਤਾ ਨਹੀਂ ਸੀ ਵੀ ਮੈਂ ਇਹ ਕੰਮ ਗਲਤ ਆ, ਕਿਉਂਕਿ ਜਿੱਦਾਂ ਬਾਕੀ ਯਾਰ ਦੋਸਤ ਮਿੱਤਰ ਦੁਨੀਆ ਦੇ ਲੋਕ ਕਰਦੇ ਸੀ, ਮੈਂ ਵੀ ਉੱਦਾਂ ਹੀ ਕਰਦਾ ਵੀ ਠੀਕ ਸੀ ਸਾਰਾ ਕੁਝ ਲੱਗਦਾ। ਪਰ ਜਿਸ ਵੇਲੇ ਮੇਰੀਆਂ ਪ੍ਰਭੂ ਅੱਖਾਂ ਨੂੰ ਚਾਨਣ ਕੀਤਾ, ਮੈਂ ਦੇਖਿਆ ਵੀ ਇਹ ਸਾਰਾ ਕੰਮ ਮੈਂ ਜੋ ਕਰਦਾ ਸੀ, ਨਾਈਟ ਕਲੱਬਾਂ ਜਾਂ ਨਸ਼ੇ ਪੀਣੇ, ਹੋਰ ਗਲਤ ਕੰਮ ਕਰਨੇ, ਇਹ ਇੰਜੋਇਮੈਂਟ ਸੀ ਮੇਰੇ ਵਾਸਤੇ, ਪਰ ਪਰਮੇਸ਼ਵਰ ਦੇ ਖਿਲਾਫ ਸੀਗਾ। ਪਰ ਮੈਂ ਹੁਣ ਜਿਸ ਦਿਨ ਤੋਂ ਪ੍ਰਭੂ ਯਿਸੂ ਮਸੀਹ ਨੂੰ ਮੈਂ ਪਾਇਆ, ਉਹ ਦਿਨ ਤੋਂ ਮੇਰਾ ਜੀਵਨ ਬਦਲ ਗਿਆ, ਔਰ ਮੇਰੀ ਇਹ ਆਪਣੀ ਹਕੀਕਤ ਤੌਰ 'ਤੇ ਗਵਾਹੀ ਆ। ਮੈਂ ਉਹ ਕੰਮ ਨਹੀਂ ਕਰਦਾ। ਜਿੰਨੇ ਮੈਨੂੰ ਜਾਣਨ ਪਛਾਣਨ ਵਾਲੇ ਆ, ਉਹ ਵੀ ਦੇਖ ਕੇ ਮੇਰੇ ਜੀਵਨ ਕਹਿ ਸਕਦੇ, ਕਹਿੰਦੇ ਆ ਹਾਂ ਵਾਕਿਆ ਇਹਦਾ ਜੀਵਨ ਬਦਲ ਗਿਆ ਆ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਜਿਹਨੇ ਮੇਰਾ ਜੀਵਨ ਬਦਲਿਆ। ਮੈਂ ਇਹ ਕਦੀ ਵੀ ਆਪਣੇ ਆਪ 'ਚ ਨਹੀਂ ਬਦਲ ਸਕਦਾ ਸੀ, ਕਿਉਂਕਿ ਮੈਂ ਪਹਿਲਾਂ, ਸਾਨੂੰ ਬਾਈਬਲ ਦੱਸਦੀ ਵੀ ਅਸੀਂ ਗੁਨਾਹ 'ਚ ਜਨਮ ਲਿਆ, ਔਰ ਗੁਨਾਹ 'ਚ ਜਨਮ ਲੈਂਦੇ ਅਸੀਂ ਗੁਨਾਹ ਦੇ ਕੈਦ ਦੇ ਵਿੱਚ ਹਾਂ, ਅਤੇ ਉਹ ਕੈਦ ਤੋਂ ਕੋਈ ਵੀ ਛੁੱਟ ਨਹੀਂ ਸਕਦਾ। ਕਾਲ ਦੇ ਔਰ ਪਾਪ ਦੀ ਕੈਦ ਦੇ ਵਿੱਚੋਂ ਕੋਈ ਛੁੱਟ ਨਹੀਂ ਸਕਦਾ। ਸਿਰਫ ਯਿਸੂ ਮਸੀਹ ਦਾ ਨਾਂ ਜਿਹੜਾ ਸਾਰੇ ਨਾਮਾਂ ਤੋਂ ਉੱਤਮ ਆ, ਉਹਦਾ ਨਾਂ ਦੇ ਵਿੱਚ ਸ਼ਕਤੀ ਆ, ਅਤੇ ਉਹ ਗੁਨਾਹ ਦੀ ਕੈਦ ਤੇ ਮੌਤ ਤੋਂ ਛੁਟਕਾਰਾ ਯਿਸੂ ਮਸੀਹ ਦੇ ਕੋਲ ਆ। ਮੈਂ ਤਾਂ ਸਾਰੇ ਭੈਣਾਂ ਭਰਾਵਾਂ ਸੁਣਨ ਵਾਲਿਆਂ ਨੂੰ ਇਹ ਕਹੂੰਗਾ, ਤੁਸੀਂ ਜ਼ਰੂਰ ਬਾਈਬਲ ਪੜ੍ਹੋ, ਸੁਣੋ ਵਚਨ ਨੂੰ, ਔਰ ਸੁਣਨ ਦੇ ਨਾਲ ਈਮਾਨ ਪੈਦਾ ਹੁੰਦਾ, ਪਰਮੇਸ਼ਰ ਦੇ ਬਾਣੀ ਨੂੰ ਸੁਣਨ ਦੇ ਨਾਲ ਈਮਾਨ ਪੈਦਾ ਹੁੰਦਾ। ਆਮੀਨ। ਥੈਂਕ ਯੂ ਵੈਰੀ ਮਚ। ਇਟ ਵਾਸ ਲਵਲੀ। ਬਹੁਤ ਅੱਛਾ ਤੁਸੀਂ ਆਪਣਾ ਜੀਵਨ ਦੇ ਬਾਰੇ ਦੱਸਿਆ ਹੈਗਾ। ਤੇ ਅੱਜ ਦਾ ਸਾਡਾ ਟੌਪਿਕ ਵੀ ਇਹੀ ਹੈ ਕਿ ਕੈਸਾ ਬਦਲਾ ਮੁਝੇ। ਤੁਸੀਂ ਭਾਈ ਗਿਆਨ ਦੇ ਕੋਲੋਂ ਸੁਣ ਰਹੇ ਸੀ ਕਿ ਉਹਨੂੰ ਪ੍ਰਭੂ ਨੇ ਕਿਸ ਤਰ੍ਹਾਂ ਬਦਲਿਆ। ਤੇ ਲਓ ਤਨ ਮੈਂ ਇਸ ਤੋਂ ਪਹਿਲਾਂ ਕਿ ਮੈਂ ਜੌਨ ਜੀ ਦੇ ਵੱਲ ਤਨ ਲੈ ਜਾਵਾਂ ਕਿ ਉਹਨਾਂ ਦਾ ਜੀਵਨ ਕਿੱਦਾਂ ਬਦਲਿਆ, ਤੇ ਉਹ ਆਪਣੀ ਗਵਾਹੀ ਦੇਣਗੇ, ਦੱਸਣਗੇ। ਤੇ ਅਗਰ ਤੁਸੀਂ ਪ੍ਰਭੂ ਦੇ ਵਚਨ ਨੂੰ ਦੇ ਬਾਰੇ ਹੋਰ ਜਾਣਕਾਰੀ ਕਰਨਾ ਚਾਹੁੰਦੇ ਹੋ, ਤੇ ਜੋ ਗਿਆਨ ਜੀ ਕਹਿ ਰਹੇ ਹੈਗੇ ਆ, ਜਾਂ ਇਹ ਜੌਨ ਜੀ ਨੇ ਕਹਿਣਾ, ਜਾਂ ਸਿਸਟਰ ਸਾਡੇ ਬੈਠੇ ਉਹਨਾਂ ਨੇ ਦੱਸਣਾ ਹੈਗਾ, ਅਗਰ ਤੁਸੀਂ ਇਹ ਕੋ ਮਨ ਗੱਲਾਂ ਨਹੀਂ ਪੈਣਾ ਤੇ ਭਾਈਓ, ਇਹ ਸੱਚਾਈ ਹੈ, ਹਕੀਕਤ ਹੈ, ਜੋ ਮਨ ਬੀਤੀ ਜਿਹੜੀ ਇਹਨਾਂ ਦੇ ਜੀਵਨ ਦੇ ਵਿੱਚ ਬੀਤੀਆਂ ਗੱਲਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ। ਅਗਰ ਤੁਸੀਂ ਇਹਦੇ ਬਾਰੇ ਕੁਝ ਸਿੱਖਣਾ ਚਾਹੁੰਦੇ ਹੋ ਤੇ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ। ਜੋ ਨੰਬਰ ਸਾਡਾ ਸਕਰੀਨ ਦੇ ਉੱਪਰ ਆ ਰਿਹਾ ਹੈ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਗਰ ਤੁਸੀਂ ਪ੍ਰਭੂ ਦੀ ਬਾਣੀ ਵਚਨ ਬਾਈਬਲ ਅਗਰ ਤੈਨੂੰ ਚਾਹੀਦੇ ਫ੍ਰੀ ਦੇ ਵਿੱਚ, ਵਿਦਆਊਟ ਐਨੀ ਕੋਸਟ, ਕਿਉਂਕਿ ਪ੍ਰਭੂ ਨੇ ਆਖਿਆ ਕਿ ਮੁਕਤ ਦਿੱਤਾ ਤੇ ਮੁਕਤ ਤੈਨੂੰ ਦਿੱਤਾ, ਔਰ ਮੁਕਤੀ ਤੁਸੀਂ ਦੇਣਾ ਹੈਗਾ। ਸਾਡੇ ਭਾਈ ਲੰਡਨ ਦੇ ਵਿੱਚ ਚਰਨਜੀਤ ਸਿੰਘ, ਉਹ ਤੈਨੂੰ ਜਿੱਥੇ ਵੀ, ਅਗਰ ਲੰਡਨ ਦੇ ਏਰੀਏ ਦੇ ਵਿੱਚ ਉਹ ਤੈਨੂੰ
ਪ੍ਰਭੂ ਦਾ ਵਚਨ ਤੁਸੀਂ ਕਿਸੇ ਵੀ ਭਾਸ਼ਾ ਦੇ ਵਿੱਚ ਲੈਣਾ ਚਾਹੁੰਦੇ ਹੋ, ਉਹ ਤੁਹਾਨੂੰ ਭੇਜ ਸਕਦੇ ਹੈਗੇ ਆ। ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਔਰ ਤੁਸੀਂ ਸਾਡੇ ਕਿਸੇ ਨਾਲ ਵੀ ਨੂੰ ਵੀ ਕੰਟੈਕਟ ਕਰ ਸਕਦੇ ਹੋ। ਤੁਹਾਨੂੰ ਤੁਹਾਡੇ ਘਰ ਤੱਕ ਤੁਹਾਡੀ ਪ੍ਰਭੂ ਦਾ ਵਚਨ ਪਹੁੰਚਾਇਆ ਜਾ ਸਕਦਾ ਹੈ ਫ੍ਰੀ ਦੇ ਵਿੱਚ, ਕੋਈ ਚਾਰਜ ਨਹੀਂ। ਕਿ ਮੁੱਖ ਦੇ ਵਿੱਚ ਤੁਹਾਨੂੰ ਪ੍ਰਭੂ ਦਾ ਵਚਨ ਤੁਸੀਂ ਖੁਦ ਸਟੱਡੀ ਕਰਕੇ ਖੁਦ ਉਹਦੇ ਬਾਰੇ ਜਾਣਕਾਰੀ ਕਰ ਸਕਦੇ ਹੋ। ਤੇ ਲਓ, ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆ ਮੈਂ ਤੁਹਾਨੂੰ ਆਪਣੇ ਭਾਈ ਜੌਨ ਦੀ ਤਰਫ ਲੈ ਜਾਂਦਾ ਹਾਂ ਕਿ ਉਹਨਾਂ ਦਾ ਜੀਵਨ ਕਿੱਦਾਂ ਬਦਲਿਆ। ਸਰ, ਵੈਲਕਮ। ਥੈਂਕ ਯੂ ਸੋ ਮਚ ਪਾਸਟਰ ਸ਼ੋਕ ਜੀ, ਪਰਮੇਸ਼ਰ ਤੁਹਾਨੂੰ ਬੜੀ ਬਰਕਤ ਦੇ। ਔਰ ਫਿਰ ਸਾਰੇ ਜਿਹੜੇ ਵਿਊਅਰ ਆ, ਤੁਹਾਡਾ ਵੈਲਕਮ, ਸਵਾਗਤ ਔਰ ਬਹੁਤ ਬਹੁਤ ਤੁਹਾਨੂੰ ਜੈ ਮਸੀਹ ਦੀ, ਪਰਮੇਸ਼ਰ ਬਹੁਤ ਸਾਰੀ ਬਰਕਤ ਹੈ। ਤਾਂ ਦੋਸਤੋ, ਅਗਰ ਇਸ ਕਹਾਣੀ ਨੂੰ ਸ਼ੁਰੂ ਕਰੀਏ ਤੇ ਬਹੁਤ ਲੰਬੀ ਆ, ਲੇਕਿਨ ਕੁਝ ਸ਼ਾਰਟਕਟ ਜੋ ਵੀ ਪਰਮੇਸ਼ਰ ਮੇਰੇ ਦਿਲ 'ਚ ਪਾਏਗਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਜ਼ਰੂਰ। ਮੈਨੂੰ ਯਾਦ ਹੈ ਬਚਪਨ ਦਾ ਟਾਈਮ, ਸ਼ਾਇਦ ਮੈਂ ਕੋਈ 6-7 ਸਾਲ ਦਾ ਸੀ। ਸਾਡੇ ਘਰ ਦੇ ਵਿੱਚ ਪਾਸਟਰ ਜੀ ਇੱਕ ਚਿਰਾਗ ਕਰਦੇ ਸੀ। ਅਸੀਂ, ਮੈਂ ਤਾਂ ਨਹੀਂ, ਮੇਰੇ ਪੇਰੈਂਟਸ ਜਿਹੜੇ ਸੀ, ਡੈਡ ਮੇਰੇ ਕਰਦੇ ਸੀ ਜਾਂ ਮੇਰੇ ਬ੍ਰਦਰ ਕਰਦੇ ਸੀ। ਤੇ ਉਸ ਦੇ ਨਾਲ ਮੇਰੇ ਗੁਆਂਢ ਦੇ ਵਿੱਚ ਇੱਕ ਮੰਦਿਰ ਸੀ, ਤੇ ਮੰਦਿਰ ਵਾਲਾ ਜਿਹੜਾ ਬਾਬਾ ਸੀ, ਉਹਦਾ ਮੁੰਡਾ ਤੇ ਮੈਂ, ਅਸੀਂ ਦੋਨੇ ਬੜੇ ਦੋਸਤ ਸੀ, ਇੱਕੋ ਉਮਰ ਦੇ ਸੀ ਅਸੀਂ। ਤੇ ਮੈਂ ਉਹਦੀ ਮਦਦ ਕਰਦਾ ਸੀ ਉਹਦੇ ਮੰਦਿਰ ਵਿੱਚ ਜਾ ਕੇ। ਤੇ ਫਿਰ ਮੇਰਾ ਬੜਾ ਦਿਲ ਸੀਗਾ ਕਿ ਮੈਂ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਸੀ, ਮੈਂ ਰੱਬ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ, ਮੈਂ ਰੱਬ ਨੂੰ ਪਾਉਣਾ ਚਾਹੁੰਦਾ ਸੀ। ਬਚਪਨ ਤੋਂ ਇੱਕ ਖਾਹਿਸ਼ ਮੇਰੇ ਦਿਲ ਦੇ ਵਿੱਚ ਸੀ। ਸੋ ਇਸੇ ਕਾਰਨ ਇੱਕ ਵਾਰੀ ਮੈਂ ਪਲੈਨਿੰਗ ਵੀ ਬਣਾਈ ਕਿ ਕਿਉਂਕਿ ਮੰਦਿਰ ਦੇ ਵਿੱਚ ਰੋਜ਼ ਸ਼ਾਮ ਨੂੰ ਨਾ ਆਰਤੀ ਕਰਦੇ ਸੀ ਤੇ ਸ਼ੰਖ ਵਜਾਉਂਦੇ ਸੀ ਤੇ ਟੱਲ ਵਜਾਉਂਦੇ ਹੁੰਦੇ ਸੀ। ਤੇ ਉਹ ਇੱਕ ਦਿਨ ਮੇਰਾ ਵੀ ਦਿਲ ਕੀਤਾ ਕਿ ਮੈਂ ਉੱਥੋਂ ਸ਼ੰਖ ਲਿਆ ਕੇ ਆਪਣੇ ਘਰ ਵਿੱਚ ਵਜਾਣਾ। ਸੋ ਲੇਕਿਨ ਮੈਂ ਨਹੀਂ ਵਜਾਇਆ, ਪਰ ਮੇਰੇ ਦਿਲ ਦੀ ਇੱਛਾ ਸੀ। ਸੋ ਇੱਦਾਂ ਕਰਦਿਆਂ ਜਿਹੜੀ ਖੋਜ ਸੀ ਮੇਰੀ, ਉਹ ਚੱਲਦੀ ਗਈ। ਜਦੋਂ ਮੈਂ ਮੰਦਿਰ ਵਿੱਚ ਆਪਣੇ ਫਰੈਂਡ ਦੇ ਨਾਲ ਹੁੰਦਾ ਸੀ, ਅਸੀਂ ਸਾਰੇ ਕੰਮ ਦੇਖਦੇ ਸੀ ਕਿਵੇਂ ਕੀਤੇ ਜਾਂਦੇ ਆ ਔਰ ਇਹ ਸਾਰੀਆਂ ਗੱਲਾਂ ਦੇ ਪਿੱਛੇ ਕੀ ਆ। ਲੇਕਿਨ ਕਿਤੇ ਵੀ ਕੋਈ ਰੱਬ ਦੀ ਤਲਾਸ਼ ਜਿਹੜੀ ਸੀ ਉਹ ਮੇਰੀ ਜਾਰੀ ਰਹੀ, ਕਿਉਂਕਿ ਰੱਬ ਮੈਨੂੰ ਮਿਲਦਾ ਨਹੀਂ ਸੀ। ਉਸ ਦੇ ਨਾਲ ਮੇਰੇ ਅੰਕਲ ਜਿਹੜੇ ਸੀ, ਉਹ ਇੱਕ ਜਗ੍ਹਾ ਪੀਰਾਂ ਦਾ ਡੇਰਾ ਸੀ ਜਿੱਥੇ ਜਾ ਕੇ ਉਹ ਸੇਵਾ ਕਰਦੇ ਸੀ। ਤੇ ਫਿਰ ਜਦੋਂ ਮੈਨੂੰ ਜਿਹੜੀਆਂ ਛੁੱਟੀਆਂ ਹੁੰਦੀਆਂ ਸੀ ਸਕੂਲ ਦੇ ਵਿੱਚੋਂ, ਤੇ ਉਦੋਂ ਮੈਂ ਜਾਣਾ ਉੱਥੇ ਡੇਰੇ ਦੇ ਵਿੱਚ ਜਾ ਕੇ ਬਹੁਤ ਸਾਰੇ ਕੰਮ ਧੰਦੇ ਜਿਹੜੇ ਲੋਕ ਕਰਦੇ ਮੈਂ ਕਰਨੇ, ਜਿਹਨੂੰ ਸੇਵਾ ਕਹਿੰਦੇ ਅਸੀਂ, ਉਹ ਕਰਨੇ। ਲੇਕਿਨ ਕੋਈ ਉੱਥੇ ਇਹੋ ਜਿਹੀ ਚੀਜ਼ ਨਹੀਂ ਸੀ ਲੱਭਦੀ, ਕਿਉਂਕਿ ਮੇਰੇ ਆਪਣੇ ਘਰ ਵਿੱਚ ਬਹੁਤ ਸ਼ਾਂਤੀ ਸੀ, ਕੋਈ ਲੜਾਈ ਨਹੀਂ ਸੀ। ਮੇਰੇ ਮੰਮੀ ਡੈਡੀ ਨੂੰ ਮੈਂ ਅੱਜ ਤੇ ਲਾਈਫ ਵਿੱਚ ਕਦੀ ਲੜਦੇ ਝਗੜਦੇ ਨਹੀਂ ਦੇਖਿਆ। ਪਰ ਇੱਕ ਤਲਾਸ਼ ਸੀ ਕਿ ਪਰਮੇਸ਼ਵਰ ਕੀ ਆ। ਉਸ ਤੋਂ ਬਾਅਦ ਮੇਰੀ ਮੰਮੀ, ਉਹਨਾਂ ਨੂੰ ਜੋੜਾਂ ਦੀ ਪ੍ਰੋਬਲਮ ਹੋ ਗਈ, ਗਠੀਆ ਹੋ ਗਿਆ, ਜਿਸ ਕਰਕੇ ਅਸੀਂ ਉਹਨਾਂ ਨੂੰ ਥਾਂ ਲੈ ਕੇ ਜਾਂਦੇ ਸੀ। ਮੈਨੂੰ ਯਾਦ ਹੈ ਕਿ ਇੱਕ ਟਾਈਮ ਮੈਨੂੰ ਬੜੀ ਦੇਰ ਹੋਈ ਸੀ ਸਾਈਕਲ ਚਲਾਏ ਨੂੰ, ਲੇਕਿਨ ਉਹਨਾਂ ਨੂੰ ਲੈ ਕੇ ਜਾਣਾ ਸੀ ਕਿਉਂਕਿ 7 ਹਫ਼ਤੇ ਪੂਰੇ ਕਰਨੇ ਸੀ। ਤੇ ਜਦੋਂ ਮੈਂ ਲੈ ਕੇ ਜਾਣਾ ਸੀ, ਜਦੋਂ ਮੈਂ ਸਾਈਕਲ ਤੇ ਉਹਨਾਂ ਨੂੰ ਲੈ ਕੇ ਗਿਆ, ਉਹ ਇੰਨਾ ਬੜੀ ਮੁਸ਼ਕਲ ਦੇ ਨਾਲ ਕਾਫੀ ਦੂਰ ਸੀ ਔਰ ਹਵਾ ਜਿਹੜੀ ਸੀ ਅੱਗੇ ਉਹ ਚੱਲਦੀ ਸੀ। ਤੇ ਜਦੋਂ ਮੈਂ ਵਾਪਸ ਉਹਨਾਂ ਨੂੰ ਲੈ ਕੇ ਆਇਆ, ਹਵਾ ਦੂਸਰੇ ਪਾਸੇ ਦੀ ਹੋ ਗਈ। ਬਹੁਤ ਮੈਂ ਬਿਮਾਰ ਹੋਇਆ ਉਹਨਾਂ ਗੱਲਾਂ ਕਰਕੇ। ਯਾਨੀ ਹਰ ਪਾਸੇ ਮੈਂ ਘੁੰਮਿਆ, ਸਭ ਕੁਝ ਦੇਖਿਆ, ਲੇਕਿਨ ਇੱਕ ਤਲਾਸ਼ ਸੀ ਕਿ ਪਰਮੇਸ਼ਵਰ ਕੀ ਆ। ਪਰਮੇਸ਼ਵਰ ਨੂੰ ਮਿਲਣ ਦੀ ਚਾਹਨਾ ਸੀ। ਫਿਰ ਪਰਮੇਸ਼ਵਰ ਨੇ ਗੁਰਬਾਣੀ ਨਾਲ ਮੇਰਾ ਬਹੁਤ ਸਾਰਾ ਪ੍ਰੇਮ ਮੁਹੱਬਤ ਪਾਇਆ, ਕਿਉਂਕਿ ਮੇਰੇ ਦਾਦਾ ਜੀ ਜਿਹੜੇ ਆ ਉਹ ਬਹੁਤ ਪਰਮੇਸ਼ਵਰ ਨੂੰ ਪਿਆਰ ਕਰਦੇ ਸੀ, ਖਾਸ ਤੌਰ ਤੇ ਗੁਰਬਾਣੀ ਨੂੰ। ਉਹਨਾਂ ਨੂੰ ਬਹੁਤ ਸਾਰੀ ਗੁਰਬਾਣੀ ਜਿਹੜੀ ਸੀ ਯਾਦ ਸੀ, ਉਹ ਘੰਟੇ ਗੁਰੂ ਘਰ 'ਚ ਗੁਜ਼ਾਰਦੇ ਸੀ। ਸੋ ਮੇਰੀ ਵੀ ਲਗਨ ਜਿਹੜੀ ਸੀ ਉਹ ਗੁਰੂ ਘਰ ਦੇ ਨਾਲ ਲੱਗ ਗਈ। ਔਰ ਮੈਂ ਵੀ ਜ਼ਰੂਰ, ਜਦੋਂ ਮੈਨੂੰ ਟਾਈਮ ਮਿਲਿਆ ਮੇਰੀ ਲਾਈਫ ਦੇ ਵਿੱਚ ਇਹੋ ਜਿਹਾ, ਜਦੋਂ ਮੈਂ ਸਵੇਰੇ ਜਾਣਾ, ਸੋ ਆਪਣੇ ਜਾ ਕੇ ਮਹਾਰਾਜ ਦਾ ਪ੍ਰਕਾਸ਼ ਕਰਨਾ, ਜਦੋਂ ਸ਼ਾਮ ਦਾ ਟਾਈਮ ਹੋਣਾ, ਮੈਂ ਸੁਖ ਆਸਣ ਸਾਰਾ ਕੁਝ ਕਰਨਾ, ਜੋ ਵੀ ਜਿੱਦਾਂ ਵੀ ਬਹੁਤ ਅਦਬ ਪਰਮੇਸ਼ਵਰ ਨੇ ਮੇਰੇ ਦਿਲ ਵਿੱਚ ਪਾਇਆ ਸੀ। ਔਰ ਉਹਦੇ ਨਾਲ ਪਰਮੇਸ਼ਵਰ ਨੇ ਬਹੁਤ ਸਾਰੇ ਲੋਕ ਪਾਸਟਰ ਜੀ ਮੇਰੇ ਜੀਵਨ ਦੇ ਵਿੱਚ ਲੈ ਕੇ ਆਂਦੇ। ਉਹਨਾਂ ਲੋਕਾਂ ਦੁਆਰਾ ਪਰਮੇਸ਼ਵਰ ਨੇ ਮੇਰੇ ਉੱਤੇ ਬਹੁਤ ਸਾਰੇ ਭੇਦ ਖੋਲ੍ਹੇ। ਬਹੁਤ ਸਾਰੇ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਨਾਮ ਜਿਹੜਾ ਸੀ ਉਸ ਟਾਈਮ ਦੇ ਵਿੱਚ ਬਹੁਤ ਸੀਗਾ, ਲੋਕ ਬੜੇ ਇੱਜ਼ਤ ਮਾਣ ਉਹਨਾਂ ਨੂੰ ਦਿੰਦੇ ਸੀ ਜਾਂ ਇੱਦਾਂ ਸਮਝਦੇ ਸੀ ਕਿ ਉਹਨਾਂ ਦਾ ਮੇਲ ਪਰਮੇਸ਼ਵਰ ਨਾਲ ਹੋਇਆ ਆ। ਜਦੋਂ ਮੈਨੂੰ ਬਹੁਤ ਹੀ ਨਜ਼ਦੀਕ ਉਹਨਾਂ ਦੇ ਕੋਲ ਬੈਠਣ ਦਾ ਮੌਕਾ ਮਿਲਿਆ, ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ, ਉਹਨਾਂ ਦੇ ਘਰਾਂ 'ਚ ਰਹਿਣ ਦਾ ਮੌਕਾ ਮਿਲਿਆ, ਉਹ ਸਾਰੀਆਂ ਚੀਜ਼ਾਂ ਜਦੋਂ ਮੈਂ ਦੇਖਿਆ ਕਿ ਉਹ ਸੱਚਾਈ ਤੋਂ ਕੋਹਾਂ ਦੂਰ ਆ। ਜਿਹੜੀ ਸੱਚ ਬਾਹਰ ਜੋ ਲੋਕ ਵਿਸ਼ਵਾਸ ਕਰਦੇ ਜਾਂ ਜੋ ਅਸੀਂ ਵਿਸ਼ਵਾਸ ਕਰਦੇ ਸੀ, ਪਰ ਅਸਲੀਅਤ ਜਿਹੜੀ ਉਹਨਾਂ ਦੀ ਆ ਉਹ ਉਸ ਅਸਲੀਅਤ ਤੋਂ ਖੁਦ ਕਿਤੇ ਹੀ ਦੂਰ ਆ। ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਲੇਕਿਨ ਸੱਚ ਜੋ ਮੈਂ ਦੇਖਿਆ ਉਹਦੀ ਮੈਂ ਗੱਲ ਕਰਦਾ। ਸੋ ਇਸੇ ਕਰਕੇ ਮੇਰੀ ਤਲਾਸ਼ ਜਿਹੜੀ ਸੀ ਉਹ ਜਾਰੀ ਰਹੀ। ਮੇਰੇ ਜੀਵਨ ਦੇ ਵਿੱਚ ਉਹ ਸ਼ਖਸ ਵੀ ਆਏ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸ਼ਾਦੀ ਨਹੀਂ ਕੀਤੀ, ਲੇਕਿਨ ਉਹ ਗੁਰਬਾਣੀ ਦੇ ਵਿੱਚੋਂ ਪਰਮੇਸ਼ਵਰ ਦੀ ਤਲਾਸ਼ ਜਿਹੜੀ ਆ ਉਹਨੂੰ ਕਰ ਰਹੇ ਆ। ਔਰ ਕਹਿੰਦੇ ਕਿ ਮੇਰੇ ਜੀਵਨ ਦੀ ਇਹੀ ਇੱਕ ਇੱਛਾ ਆ ਕਿ ਮੇਰੇ ਮਰਨ ਤੋਂ ਪਹਿਲਾਂ ਕੋਈ ਗੁਰਬਾਣੀ ਦੇ ਜਿਹੜੇ ਅਰਥ ਆ ਉਹ ਮੈਨੂੰ ਦੱਸ ਦੇਵੇ, ਕੋਈ ਮੇਰਾ ਮੇਲ ਜਿਹੜਾ ਉਹ ਪਰਮੇਸ਼ਵਰ ਨਾਲ ਕਰਾ ਦੇਵੇ। ਓਕੇ ਦੋਸਤੋ, ਭੈਣ ਤੇ ਭਾਈ, ਇਸ ਤੋਂ ਪਹਿਲਾਂ ਅਸੀਂ ਜੌਨ ਜੀ ਦੀ ਅਗਵਾਈ ਨੂੰ ਇੱਥੇ ਹੀ ਰੋਕਾਂਗੇ ਔਰ ਸੈਕੰਡ ਹਾਫ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਫਿਰ ਰੂਬਰੂ ਹੋਵਾਂਗੇ, ਗੱਲ ਕਰਾਂਗੇ। ਥੋੜੀ ਦੇਰ ਤੱਕ ਸਾਨੂੰ ਇਜਾਜ਼ਤ ਦੇਈਏ ਪਲੀਜ਼। ਸਾਡੇ ਸਟੇ ਵਿਦ ਅਸ। ਪ੍ਰਭੂ ਤੁਹਾਨੂੰ ਬੜੀ ਬਰਕਤ ਦੇਵੇ। ਥੈਂਕ ਯੂ।
ਵੈਲਕਮ ਬੈਕ ਟੂ ਹੈਵਨਸ ਗੇਟ ਟੈਲੀਵਿਜ਼ਨ। ਅਸੀਂ ਇੱਕ ਦਫਾ ਫਿਰ ਤੁਹਾਡਾ ਸਵਾਗਤ ਕਰਦੇ ਹਾਂ, ਤੁਹਾਨੂੰ ਵੈਲਕਮ ਆਖਦੇ ਹਾਂ। ਦੋਸਤੋ, ਭੈਣਾਂ ਤੇ ਭਾਈਓ, ਅਗਰ ਤੁਸੀਂ ਤੁਹਾਡਾ ਕੋਈ ਸਵਾਲ ਹੈ, ਕੋਈ ਤੁਸੀਂ ਪ੍ਰਾਰਥਨਾ ਕਰਾਉਣੀ ਚਾਹੁੰਦੇ ਹੋ, ਜ਼ਰੂਰ ਜੋ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਹੈ, ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਸਾਨੂੰ ਕਾਲ ਕਰੀਏ ਔਰ ਆਪਣੀ ਜੋ ਵੀ ਦਰਖਾਸਤਾਂ ਤੁਹਾਡੀਆਂ ਹਨ ਉਹਨੂੰ ਜ਼ਰੂਰ ਪੇਸ਼ ਕਰੀਏ, ਕਿਉਂਕਿ ਤੁਹਾਡੇ ਦੁਆਵਾਂ ਦਾ, ਪ੍ਰਾਰਥਨਾ ਦਾ, ਅਰਦਾਸਾਂ ਦਾ ਜਵਾਬ ਦੇਣ ਵਾਲੇ ਸਾਡੇ ਵਿੱਚ ਕੋਈ ਵੀ ਨਹੀਂ, ਲੇਕਿਨ ਇੱਕ ਹੈ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ। ਤੁਹਾਡੀਆਂ ਸਾਰੀਆਂ ਲੋੜਾਂ ਨੂੰ ਜ਼ਰੂਰ ਜਾਣਦੇ, ਪਰ ਲੇਕਿਨ ਸਾਡੇ ਨਾਲ ਜ਼ਰੂਰ ਗੱਲ ਕਰੀਏ ਤਾਂ ਕਿ ਅਸੀਂ ਤੁਹਾਡੇ ਲਈ ਪ੍ਰਾਰਥਨਾ ਕੀਤੀ ਜਾ ਸਕੇ। ਚਲੋ ਬ੍ਰਦਰ ਜੌਨ ਜੀ, ਇਸ ਤੋਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਜੋ ਸਾਡੇ ਨਾਲ ਗੱਲ ਕਰ ਰਹੇ ਸੀਗੇ ਆਪਣੇ ਜੀਵਨ ਦੇ ਬਾਰੇ, ਕਿ ਉਹਦਾ ਜੀਵਨ ਕਿੱਦਾਂ ਬਦਲਿਆ, ਕੈਸਾ ਬਦਲਿਆ, ਤੇ ਉੱਥੋਂ ਅਸੀਂ ਫਿਰ ਸਟਾਰਟ ਕਰਦੇ ਹਾਂ। ਮੈਂ ਉਹਨਾਂ ਨੂੰ ਆਉਣ ਦੀ ਵੱਲ ਤੁਹਾਨੂੰ ਫਿਰ ਲੈ ਕੇ ਜਾਣਾ ਹਾਂ। ਜੌਨ ਜੀ, ਵੈਲਕਮ ਬੈਕ। ਥੈਂਕ ਯੂ ਪਾਸਟਰ ਜੀ। ਔਰ ਫਿਰ ਇੱਕ ਵਾਰੀ ਸਭ ਸੁਣਨੇ ਵਾਲਿਆਂ ਨੂੰ ਜੈ ਮਸੀਹ ਦੀ। ਪਰਮੇਸ਼ਵਰ ਤੁਹਾਨੂੰ ਬੜੀ ਬਰਕਤ ਦੇਵੇ। ਔਰ ਗੱਲ ਕਰ ਰਿਹਾ ਸੀ ਕਿ ਮੈਂ ਪਰਮੇਸ਼ਵਰ ਦੀ ਤਲਾਸ਼ ਵਿੱਚ ਸੀ। ਬਹੁਤ ਘੰਟੇ ਮੈਂ ਗੁਜ਼ਾਰੇ ਆਪਣੇ ਉਸ ਰਸਮ ਦੇ ਵਿੱਚ, ਜੋ ਕੁਝ ਅਸੀਂ ਕਰਦੇ ਸੀ ਆਪਣੇ ਧਰਮ ਦੇ ਅਨੁਸਾਰ, ਜੋ ਕੁਝ ਵੀ ਮੈਨੂੰ ਦੱਸਿਆ ਗਿਆ ਸੀ, ਸਿਖਾਇਆ ਗਿਆ ਸੀ, ਜੋ ਕੁਝ ਵੀ ਜਿੱਥੇ ਤੱਕ ਮੇਰੀ ਪਹੁੰਚ ਹੋਈ ਜਾਣੀ ਮੈਂ ਕਰ ਸਕਿਆ, ਤੇ ਮੈਂ ਕੀਤਾ ਉਹਨਾਂ ਚੀਜ਼ਾਂ ਨੂੰ। ਪਰ ਭੈਣ ਭਾਈਓ, ਪਰਮੇਸ਼ਵਰ ਦੇ ਨਾਲ ਕੋਈ ਮੇਲ ਨਹੀਂ ਹੋਇਆ, ਕਿਸੇ ਪਾਸਿਓਂ ਕੋਈ ਆਸ ਉਮੀਦ ਨਹੀਂ ਸੀ। ਉਹਨਾਂ ਟਾਈਮਾਂ ਦੇ ਵਿੱਚ ਸਮਾਂ ਆਇਆ ਜਦੋਂ ਪਹਿਲੀ ਵਾਰੀ ਮੈਨੂੰ ਪਾਸਟਰ ਅਸ਼ੋਕ ਜੀ, ਜੋ ਮੇਰੇ ਨਾਲ ਬੈਠੇ ਆ, ਜੋ ICC ਦੇ ਚੇਅਰਪਰਸਨ ਹੈ, ਇਹਨਾਂ ਦੀ ਸਿਸਟਰ ਜਿਹੜੀ, ਉਹਨਾਂ ਦੀ ਇੱਕ ਸ਼ੌਪ ਸੀ, ਉਹਨਾਂ ਦੇ ਬਿਲਕੁਲ ਨਜ਼ਦੀਕ ਮੈਂ ਰਹਿੰਦਾ ਸੀ ਉਸ ਸਮੇਂ। ਤੇ ਜਦੋਂ ਮੈਂ ਉਸ ਸ਼ੌਪ 'ਤੇ ਆਇਆ ਜਾਇਆ ਕਰਦਾ ਸੀਗਾ, ਤਾਂ ਉਹਨਾਂ ਨੇ ਇੱਕ ਦਿਨ ਉਹਨਾਂ ਦੇ ਦਿਲ 'ਚ ਆਇਆ, ਪਰਮੇਸ਼ਵਰ ਨੇ ਪਾਇਆ। ਉਹਨਾਂ ਨੇ ਮੈਨੂੰ ਕਿਹਾ ਕਿ ਜੌਨ, ਤੈਨੂੰ ਪਤਾ ਕਿ ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਹੈ ਤੇ ਉਹੀ ਦੁਨੀਆ ਨੂੰ ਬਚਾਉਣ ਵਾਲੇ। ਤੇ ਮੈਂ ਦਿਲ 'ਚ ਕਿਹਾ ਕਿ ਇਹਨਾਂ ਨੂੰ ਕੀ ਪਤਾ ਸਾਡਾ ਧਰਮ ਕਿਹੋ ਜਿਹਾ, ਇਹਨਾਂ ਨੂੰ ਕੀ ਪਤਾ ਸਾਡੇ ਗੁਰੂਆਂ ਨੇ ਕਿਵੇਂ ਕੁਰਬਾਨੀਆਂ ਕੀਤੀਆਂ, ਕਿਵੇਂ ਉਹਨਾਂ ਨੇ ਸਭ ਕੁਝ ਵਾਰ ਦਿੱਤਾ, ਕਿਵੇਂ ਉਹਨਾਂ ਨੇ ਜੰਗਾਂ ਲੜੀਆਂ, ਕਿਵੇਂ ਸਭ ਕੁਝ ਕੀਤਾ। ਸੋ ਮੈਂ ਉਹਨਾਂ ਦੀ ਗੱਲ ਨੂੰ ਇਗਨੋਰ ਕਰ ਦਿੱਤਾ। ਪਰ ਭੈਣੋ ਭਾਈਓ, ਥੋੜ੍ਹੇ ਹਫ਼ਤਿਆਂ ਬਾਅਦ ਹੀ ਇੱਕ ਬੱਸ ਦੇ ਵਿੱਚ ਮੈਂ ਸਫ਼ਰ ਕਰ ਰਿਹਾ ਸੀ, ਔਰ ਜਿਹੜੀ ਬੱਸ ਵਿੱਚ ਮੈਂ ਸਫ਼ਰ ਕਰਦਾ ਸੀ, ਪੂਰੀ ਦੀ ਪੂਰੀ ਬੱਸ ਖਾਲੀ ਸੀ। ਕਦੀ ਵੀ ਮੈਂ ਜਿਹੜੀਆਂ ਵਿਚਾਲੇ ਵਾਲੀਆਂ ਸੀਟਾਂ ਸੀ ਉਹਨਾਂ 'ਤੇ ਬੈਠਦਾ ਨਹੀਂ ਸੀ, ਲੇਕਿਨ ਉਸ ਦਿਨ ਪੂਰੀ ਦੀ ਪੂਰੀ ਬੱਸ ਖਾਲੀ ਹੁੰਦਿਆਂ ਹੋਇਆਂ ਵੀ ਮੈਂ ਵਿਚਾਲੇ ਵਾਲੀਆਂ ਜਿਹੜੀਆਂ ਸੀਟਾਂ ਸੀ ਉੱਥੇ ਬੈਠਿਆ। ਜਦੋਂ ਮੈਂ ਬੈਠਿਆ ਔਰ ਮੇਰੀ ਸੀਟ 'ਤੇ ਫਰੰਟ 'ਤੇ ਔਰ ਦੂਸਰੀ ਸੀਟ 'ਤੇ ਬੈਕ ਦੇ ਉੱਤੇ ਇੱਕ ਸਲਿੱਪ ਲੱਗੀ ਸੀ, ਬਿਲਕੁਲ ਛੋਟੀ ਜਿਹੀ ਸਲਿੱਪ। ਉਹਦੇ 'ਤੇ ਲਿਖਿਆ ਸੀ ਗੋਡ ਐਂਡ ਜੀਸਸ ਲਵਡ ਯੂ ਜੌਨ, ਔਰ ਜੌਨ ਮੇਰਾ ਨਿਕ ਨੇਮ ਸੀ। ਔਰ ਜਦੋਂ ਮੈਂ ਉਹਨੂੰ ਪੜ੍ਹਿਆ, ਉਹਨਾਂ ਸ਼ਬਦਾਂ ਨੂੰ, ਤੇ ਮੈਨੂੰ ਕੁਛ ਛੂਹਿਆ ਔਰ ਮੈਨੂੰ ਚੰਗਾ ਲੱਗਿਆ। ਔਰ ਮੈਂ ਇਹ ਵੀ ਸੋਚਿਆ, ਮੈਂ ਕਿਹਾ ਗੋਰਿਆਂ ਦਾ ਗੁਰੂ ਵੀ ਮੈਨੂੰ ਪਿਆਰ ਕਰਦਾ ਹੈ, ਠੀਕ ਹੈ। ਸੋ ਉਹਦੇ ਉੱਤੇ ਪਰਮੇਸ਼ਵਰ ਦਾ ਵਚਨ ਲਿਖਿਆ ਸੀ, ਜੋ ਵਚਨ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਪਰਮੇਸ਼ਵਰ ਦੀ ਬਾਣੀ, ਕਿਉਂਕਿ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਮੇਰੇ ਦਿਲ 'ਚ ਇੱਕ ਖਾਹਿਸ਼ ਸੀ ਕਿ ਉਹ ਤੁਰਕੀ ਬਾਣੀ ਕਿਹੜੀ ਆ, ਉਹ ਪਰਮੇਸ਼ਵਰ ਦੀ ਬਾਣੀ ਕਿਹੜੀ, ਉਹ ਕਿਹੜਾ ਪਰਮੇਸ਼ਵਰ ਦਾ ਵਚਨ ਜਿਹੜਾ ਅਸਮਾਨ ਤੋਂ ਉਤਰਿਆ। ਸੋ ਜਿਹੜਾ ਵਚਨ ਮੇਰੇ ਲਈ ਉਸ ਟਾਈਮ ਮੈਨੂੰ ਮਿਲਿਆ, ਉਹ ਸੀ ਯੋਹੰਨਾ ਦੀ ਇੰਜੀਲ ਔਰ ਉਸ ਦਾ 3ਰਾ ਅਧਿਆਇ ਔਰ ਉਹਦੀ 3ਰੀ ਆਇਤ ਇੱਕ ਲਿਖੀ ਸੀ। ਉਹਦੇ ਤੇ ਲਿਖਿਆ ਕਿ ਯਿਸੂ ਨੇ ਉਹਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਜੇਕਰ ਕੋਈ ਮਨੁੱਖ ਨਵੇਂ ਸਿਰਿਓਂ ਨਾ ਜੰਮੇ, ਕੋਈ ਵੀ ਮਨੁੱਖ, ਤੇ ਉਹ ਪਰਮੇਸ਼ਵਰ ਦੇ ਰਾਜ ਨੂੰ ਵੇਖ ਨਹੀਂ ਸਕਦਾ। ਔਰ ਇਹਦੇ ਨਾਲ ਹੀ 3ਰਾ ਅਧਿਆਇ ਉਹਦੀ 16 ਆਇਤ ਉਹਦੇ ਉੱਤੇ ਲਿਖੀ ਸੀ, ਔਰ ਉਸਦੇ ਤੇ ਲਿਖਿਆ, ਕਿਉਂਕਿ ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਸਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ, ਪਰ ਉਹ ਸਦੀਪਕ ਜੀਵਨ ਪਾਵੇ। ਸੋ ਭੈਣੋ ਭਾਈਓ, ਇਹ ਵਚਨ ਜਦੋਂ ਮੈਨੂੰ ਮਿਲਿਆ, ਸੋ ਇਸ ਵਚਨ ਨੇ ਮੈਨੂੰ ਛੂਹਿਆ। ਜਿਹੜਾ ਹੋਰ ਬਹੁਤ ਸਾਰੀਆਂ ਗੱਲਾਂ ਸੀ ਜਿਨ੍ਹਾਂ ਨੇ ਕਾਰਨ ਮੈਂ ਪਹਿਲੀ ਵਾਰ ਚਰਚ ਵਿੱਚ ਗਿਆ, ਲੇਕਿਨ ਕੁਝ ਨਹੀਂ ਹੋਇਆ। ਆਖਰਕਾਰ ਇੱਕ ਸਮਾਂ ਮੇਰੇ ਜੀਵਨ ਦੇ ਵਿੱਚ ਆਇਆ, year 99 ਦੀ ਗੱਲ ਹੈ, ਕਿ ਜਦੋਂ ਮੈਂ ਕਿਸੇ ਘਰ ਦੇ ਵਿੱਚ ਇਸੇ ਤਰ੍ਹਾਂ ਗਿਆ, ਪ੍ਰਾਰਥਨਾ ਦੀ ਇੱਕ ਮੀਟਿੰਗ ਸੀ ਉਹਦੇ ਵਿੱਚ, ਉੱਥੇ ਮੇਰੇ ਨਾਲ ਪਰਮੇਸ਼ਵਰ ਨੇ ਗੱਲ ਕੀਤੀ ਕਿ ਅਗਰ ਤੂੰ ਆਪਣੇ ਦਿਲ ਦੇ ਨਾਲ ਮੰਨ ਲਵੇਂ ਤੂੰ ਗੁਨਾਹਗਾਰ ਆ, ਔਰ ਫਿਰ ਪਰਮੇਸ਼ਵਰ ਤੇਰੇ ਤੇ ਦਇਆ ਕਰੇਗਾ, ਕਿਰਪਾ ਕਰੇਗਾ। ਔਰ ਉੱਥੇ ਬੈਠਿਆਂ ਮੈਂ ਪਰਮੇਸ਼ਵਰ ਨੂੰ ਪੁਕਾਰਿਆ ਕਿ ਪ੍ਰਭੂ ਯਿਸੂ, ਇਹ ਲੋਕ ਕਹਿੰਦੇ ਕਿ ਤੂੰ ਮੁਰਦੇ ਜਿੰਦੇ ਕਰਦਾ, ਤੂੰ ਬਿਮਾਰਾਂ ਨੂੰ ਚੰਗਿਆਂ ਕਰਦਾ, ਕੋੜੀਆਂ ਨੂੰ ਉਹਨਾਂ ਦੇ ਕੋੜ ਤੋਂ ਸ਼ੁੱਧ ਕਰਦਾ, ਤੇ ਪ੍ਰਭੂ ਜੀ ਮੇਰੇ ਪਾਪ ਜਿਹੜੇ ਆ ਤੁਸੀਂ ਮੈਨੂੰ ਕਿਉਂ ਨਹੀਂ ਮਾਫ ਕਰਦੇ। ਤੇ ਉਸ ਟਾਈਮ ਜਦੋਂ ਭੈਣੋ ਭਾਈਓ ਮੈਂ ਉਸ ਪਰਮੇਸ਼ਵਰ ਨੂੰ ਕਿਹਾ, ਜਿਵੇਂ ਤੁਸੀਂ ਇਸ ਵੇਲੇ ਮੇਰੇ ਸਾਹਮਣੇ ਬੈਠੇ ਹੋ, ਤੁਸੀਂ ਮੈਨੂੰ ਸੁਣ ਰਹੇ ਹੋ, ਤੁਸੀਂ ਮੈਨੂੰ ਦੇਖ ਰਹੇ ਹੋ ਔਰ ਮੈਂ ਤੁਹਾਨੂੰ ਨਹੀਂ ਦੇਖ ਰਿਹਾ। ਉਸ ਵੇਲੇ ਜਦੋਂ ਉੱਥੇ ਬੈਠਾ ਸੀ, ਪਰਮੇਸ਼ਵਰ ਮੈਨੂੰ ਦੇਖਦਾ ਸੀ, ਮੈਂ ਪਰਮੇਸ਼ਵਰ ਨੂੰ ਨਹੀਂ ਦੇਖਦਾ ਸੀ। ਪਰਮੇਸ਼ਵਰ ਮੇਰੇ ਦੁੱਖ ਨੂੰ ਮਹਿਸੂਸ ਕਰਦਾ ਸੀ, ਲੇਕਿਨ ਮੈਂ ਪਰਮੇਸ਼ਵਰ ਦੇ ਪਿਆਰ ਨੂੰ ਮਹਿਸੂਸ ਨਹੀਂ ਕਰਦਾ ਸੀ। ਬਸ ਇੰਨਾ ਕੀ ਫਰਕ ਸੀ ਜਿੰਨਾ ਮੇਰਾ ਤੇ ਤੁਹਾਡਾ ਅੱਜ ਦਾ ਆ, ਠੀਕ ਹੈ। ਔਰ ਉਸ ਦਿਨ ਉਹ ਫਰਕ ਜਿਹੜਾ ਸੀ, ਉਸ ਦਿਨ ਉਹ ਜਿਹੜਾ ਬਿੱਥ ਸੀਗਾ, ਜਿਹੜੀ ਸਾਡੀ ਕੰਧ ਸੀ, ਉਹ ਢਹਿ ਗਈ ਜਦੋਂ ਮੈਂ ਕਿਹਾ, ਪ੍ਰਭੂ ਯਿਸੂ ਜੀ, ਮੈਂ ਪਾਪੀ ਹਾਂ, ਗੁਨਾਹਗਾਰ ਹਾਂ, ਤੁਸੀਂ ਮੈਨੂੰ ਮਾਫ ਕਰੋ ਔਰ ਮੇਰੇ ਦਿਲ ਵਿੱਚ ਆ ਜਾਓ ਔਰ ਆ ਕੇ ਮੇਰੇ ਜੀਵਨ ਨੂੰ ਬਦਲ ਦਿਓ। ਔਰ ਉਹ ਪ੍ਰਭੂ ਨੇ, ਉਸ ਪਰਮੇਸ਼ਵਰ ਨੇ, ਉਸ ਪਿਤਾ ਨੇ, ਉਹ ਜਿਹੜਾ ਬਖਸ਼ਣਹਾਰ ਹੈ, ਜਿਹਨੇ ਦੁਨੀਆ ਨੂੰ ਰਚਿਆ, ਜਿਹੜਾ ਤੁਹਾਡਾ ਵੀ ਸਿਰਜਣਹਾਰ ਹੈ, ਉਸ ਪਰਮੇਸ਼ਵਰ ਨੇ ਮੇਰੀ ਉਸ ਆਵਾਜ਼ ਨੂੰ ਸੁਣਿਆ।
उस समय मैनू पास्टर जी कोई पता नहीं लग्या कि मेरे जीवन च कोई तब्दीली आई है कि नहीं, लेकिन दूसरे दिन जिस वक्त मैं रोड उत्ते चलिया मैनू इदा लग्या कि मैं तुरदा नहीं गा, मैं उड़दा हाँ। जानी एक स्टैप इत्थे रखदा दूसरा 20 फुट दूर, और मैं देखा कि यह की है, तो बिल्कुल अजीब चीज़ मेरे जीवन च की वापरिया। ਜਦੋਂ मैं देखदा मैं होर अपने आप ਨੂੰ ਚੈੱਕ ਕਰਨ ਲੱਗਿਆ, ਜਦੋਂ मैं अपने अंदर ਝਾਤੀ ਮਾਰੀ ਤੇ मैं ਕੀ ਦੇਖਿਆ, मेरा दिल ਜਿਹੜਾ ਸੀ ਉਹ ਆਨੰਦ ਨਾਲ, ਖੁਸ਼ੀ ਨਾਲ, ਭਰਪੂਰੀ ਨਾਲ ਇੰਨਾ ਭਰ ਗਿਆ, ਜਾਨੀ ਐਦਾਂ ਜਿਵੇਂ ਸਮੁੰਦਰ ਹੁੰਦੇ ਨੇ ਔਰ ਛੱਲਾਂ ਪੈਂਦੀਆਂ ਨੇ, ਐਦਾਂ ਆਨੰਦ ਜਿਹੜਾ ਸੀ ਭੈਣੋ ਭਾਈਓ ਉਹ ਮੇਰੇ ਅੰਦਰ ਭਰ ਗਿਆ। और मैं उस परमेश्वर का धन्यवाद करदा, उस दिन तो लैके अज तक वो परमेश्वर ने मैनू संभालिया, उस परमेश्वर ने मैनू यीशु ने अपने लहू दे नाल धोता मैनू, और उन्हें अपना पवित्र आत्मा मेरे विच भरिया, और उन्हें मैनू चुनिया, उन्हें मैनू उन्हां जगह दे विच बहाया, उन्हें मैनू अज इस कैमरे मुरे लैके आंदा। अज उही परमेश्वर तुहाडे नाल भी गल करदा है। अगर तुहानू लगता है कि तुसी परमेश्वर तो दूर हो, अगर तुहानू लगता तुहाडे विच दुख है लेकिन तुहानू परमेश्वर के प्यार का नहीं पता, तो भैणो भाईओ अज बिल्कुल सौखी जी गल आ, तुसी भी कह सकते हो कि परमेश्वर ये जिहड़ियां गल्लां असीं सुन रहे हो टीवी ते, अगर ये भैणां भाईआं दे जीवन च होया तो साडे जीवन च भी कर दे। तो मेरी भैन मेरे भरा, मैं तुहानू दसना चाहता कि वो परमेश्वर जिहड़ा शायद टैलीविजन जिहड़ा स्क्रीन जिहड़ी है तुहाडे तो दूर आ, परमेश्वर इस दू किते नज़दीक आ तुहाडे। अगर अज तुसी अपने दिल नू खोल के अज कहो परमेश्वर मेरे पापी आ, मेरे पापा नू माफ़ कर और मैनू अपना बच्चा बना ला, और परमेश्वर तू जिहड़ा क्रिएटर है, जिहड़ा सिरजणहार आ, मैं किसी धर्म की गल नहीं करता, किसी मजहब की, किसी फिरके की, किसी विश्वास की नहीं, मैं गल करदा उस सिरजणहार की जिहड़ा क्रिएटर है। अगर अज तुसी कहो कि जिहड़ा तू क्रिएटर सिरजणहार है, अज तू मेरे जीवन च आ जा और मेरे इस दुख नू, मेरे भार नू लै ला। भैणो भाईओ ये सब दुखे परेशानियां जिहड़ियां अज जिन्हां दे विच तुसीं फसे हो, तुहानू पता नहीं लगता इन्हां चों किवें निकलीए, इसलिए वो परमेश्वर आ मददगार जिहड़ा है, और वो मददगार अज तुहाडा मदद करेगा और तुहानू इन्हां दुखों चों, परेशानियों चों, इन्हां बीमारियों चों, उलझनां चों कढ लएगा, और परमेश्वर तुहानू उस खुशी और आनंद और भरपूर जीवन दे नाल भरेगा, हर तुहाडी लोड़ नू भी पूरा करेगा। इस तो वध के जिवें अज असीं बैठे हाँ और परमेश्वर तुहाडे जीवनां नू भी भर देगा। मैं क्यों कह रहा, क्योंकि उहदी बाणी जिहड़ा उहदा वचन आ, इहदे विच बिल्कुल साफ साफ लिखिया, प्रभु यीशु कहंदा कि जिहड़ा प्यासा आ, जिन्हों प्यास लगी है, कहंदा मेरे कोल आवे, वो मेरे कोलों पीवे, जदों तुसीं पीओगे उहदे कोलों, ते वो कहंदा कि मैं तुहानू भर दियांगा और अमृत जल दे स्रोते तुहाडे अंदरों फुटणगे। और यकीन करो इसे तरह होएगा, और परमेश्वर तुहानू बहुत सारी बरकत देवे और खुदावन तुहाडे जीवनां नू बदल देवे। ये मेरा ਉਹਦੇ ਅੱਗੇ ਅਰਦਾਸ ਆ, ਔਰ ਤੁਹਾਡੇ ਨਾਲ ਇਹ ਵਾਅਦਾ ਆ, ਅੱਜ ਤੁਹਾਡਾ ਇੱਕ ਇੱਕ ਬੋਲ ਤੁਹਾਡੇ ਮੂੰਹ ਚੋਂ ਨਿਕਲਿਆ, ਤੁਹਾਡੇ ਦਿਲ ਦੀ ਆਵਾਜ਼ ਪਰਮੇਸ਼ਵਰ ਸੁਣੇਗਾ। ਬਲੈਸ ਯੂ, ਆਮੀਨ। ਥੈਂਕ ਯੂ ਵੈਰੀ ਮਚ ਸਰ। ਪ੍ਰਭੂ ਤੈਨੂੰ ਬੜੀ ਬਰਕਤ ਦੇਵੇ। ਵਾਟ ਅ ਟੈਸਟਮਨੀ। ਜਦੋਂ ਕਿਸੇ ਇਨਸਾਨ ਦੇ ਵਿੱਚੋਂ ਕੋਈ ਅੰਦਰ ਨਿਕਲ ਸੱਚਾਈ ਨਿਕਲਦੀ ਹੈਗੀ ਆ, ਤੇ ਉਹਦਾ ਪਤਾ ਲੱਗਦਾ ਕਿ ਸੱਚਮੁੱਚ ਇਹਦਾ ਜੀਵਨ ਬਦਲ ਗਿਆ। ਤੇ ਭੈਣ ਤੇ ਭਾਈਓ, ਅੱਜ ਦਾ ਟੌਪਿਕ ਸਾਡਾ ਹੈਗਾ ਕਿ ਕੈਸਾ ਬਦਲਾ ਮੁਝੇ। ਇਹ ਦੋ ਗਵਾਹੀਆਂ ਜੋ ਤੁਸੀਂ ਸੁਣੀਆਂ कि उनका जीवन किस तरह प्रभु यीशु मसीह दे विच बदल गया। मैं प्रभु का बहुत बहुत धन्यवाद ते शुक्रगुजार करदा। अगर इन्हां दा जीवन बदल गया, वो अज तुहाडा जीवन भी बदलना चाहुंदा है, वो अज तुहानू भी अपने गले नाल लगाउणा चाहुंदा है, अपने दिल का दरवाज़ा खोलण दी लोड़ है। वो जिस तरह ब्रदर जॉन ने आख्या कि तुहाडे जिस तरह तुहाडा टीवी तुहाडे शायद तुहाडे तो दूर हैगा, पर लेकिन परमेश्वर तुहाडे बहुत नज़दीक हैगा। वो तुहाडे अज दिल दे विच आउणा चाहुंदा है। जिस फैमिली ने अज ये प्रोग्राम स्पॉन्सर किया है, मैं उन्होंने बहुत बहुत धन्यवाद ते शुक्रगुजार करता हाँ। और उन्होंने आख्या कि साड़ा नाम मैंशन नहीं करना, इसलिए उनका नाम मैंशन नहीं करूँगा, लेकिन जो उन्होंने आख्या मैं उसी तरह ही कह रहा हाँ। तो प्रभु उस फैमिली बहुत सारी बरकत देवे। भैन ते भाईओ, अगर तुहाडे घर दे विच कोई खुशी है, कल नूं मदर्स डे है, अगर तुसी कोई प्रोग्राम स्पॉन्सर करना चाहते हो अपनी माँ की याद दे विच, ਜਾਂ अगर तुहाडी माँ जीवदी है तो तुसी उहदे लई कुछ करना चाहते हो, तो इट्स द बेस्ट वे ऑफ डूइंग दिस कि प्रोग्राम स्पॉन्सर करिए, ताकि ये खुशी जिहड़ी प्रभु ने तैनूं दित्ती है, ताकि तुसी दूसरे नाल भी शेयर कर सको। प्रभु तैनूं बड़ी बरकत और शीश देवेगा। तो लो, मैं एक अपनी सिस्टर जो साडे नाल बैठे तरनप्रीत कौर, मैं उन्हां दे वाल लै जावांगा कि उन्हां दा जीवन किदां बदलिया, कि कैसा बदला मुझे। सिस्टर जी वेलकम। एंड जो तुहाडा जीवन जिहड़ा प्रभु ने बदलिया, वो किस तरह बदलिया, तो तुसीं साडे नाल, साडे व्यूअर्स नाल शेयर करिए प्लीज़। थैंक यू पास्टर जी। सारिਆਂ ਨੂੰ ਸੁਣਨ ਵਾਲਿਆਂ ਨੂੰ ਮੈਂ ਜੈ ਮਸੀਹ, ਪਿਆਰ ਭਰੀ ਜੈ ਮਸੀਹ ਕਹਿੰਦੀ ਆ। ਜਿਸ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਦਾ ਨਾਮ ਹੈ, ਪਾਸਟਰ ਜੀ ਨੇ ਦੱਸਿਆ ਕਿ ਜੀਵਨ ਬਦਲ ਗਿਆ।
ਸੱਚਮੁੱਚ ਭੈਣ ਤੇ ਭਰਾਵੋ, ਮੈਂ ਆਪ ਨੂੰ ਆਪਣੇ ਜੀਵਨ ਦੀ ਗਵਾਹੀ ਦੇਣ ਜਾ ਰਹੀ ਹਾਂ। ਇਹਦੇ ਵਿੱਚ ਇੱਕ ਵੀ ਸ਼ਬਦ ਝੂਠ ਨਹੀਂ ਹੈ, ਸੱਚ ਹੈ। ਜਿਸ ਤਰ੍ਹਾਂ ਮੇਰੇ 2 ਭਰਾਵਾਂ ਨੇ ਆਪਣੀ ਗਵਾਹੀ ਦਿੱਤੀ, ਉਸ ਤਰ੍ਹਾਂ ਮੈਂ ਤੁਹਾਨੂੰ ਆਪਣੇ ਜੀਵਨ ਦੀ ਗਵਾਹੀ ਦੇਣ ਜਾ ਰਹੀ ਹਾਂ। ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹਾਂ, ਮੈਂ ਤੁਹਾਨੂੰ ਸੱਚਾਈ ਦੱਸਣ ਜਾ ਰਹੀ ਹਾਂ। ਜਿਸ ਨੇ ਇਸ ਧਰਤੀ ਤੇ ਆਕਾਸ਼ ਨੂੰ ਬਣਾਇਆ, ਮੈਨੂੰ ਤੇ ਤੁਹਾਨੂੰ ਬਣਾਇਆ, ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਸਿੱਖ ਫੈਮਿਲੀ ਨੂੰ ਵੈਸੇ ਬਿਲੋਂਗ ਕਰਦੀ ਹਾਂ, ਰਿਜਡ ਸਿੱਖ ਫੈਮਿਲੀ। ਮੇਰੇ ਫਾਦਰ ਸਾਹਿਬ, ਅਸੀਂ ਉਸ ਫੈਮਿਲੀ ਨੂੰ ਮੈਂ ਬਿਲੋਂਗ ਕਰਦੀ ਹਾਂ। ਔਰ ਬਚਪਨ ਤੋਂ ਹੀ ਮੇਰੇ ਮਾਤਾ ਜੀ ਜਿਹੜੇ ਸੀ, ਮੇਰੇ ਮਮ ਸੀ, ਉਹ ਬਹੁਤ ਹੀ ਧਾਰਮਿਕ ਲੇਡੀ ਸੀ। ਪਾਠ ਪੂਜਾ, ਸਾਨੂੰ ਰੋਟੀ ਨਹੀਂ ਦਿੰਦੇ ਹੁੰਦੇ ਸੀ ਜਦ ਤੱਕ ਅਸੀਂ ਪਾਠ ਨਹੀਂ ਕਰ ਲੈਂਦੇ ਹੁੰਦੇ ਸੀ। ਔਰ ਸਾਡੀ ਪਰਵਰਿਸ਼, ਸਾਡਾ ਬਚਪਨ ਇੱਦਾਂ ਹੀ ਬੀਤਿਆ। ਔਰ ਜਦੋਂ ਮੇਰੇ ਡੈਡ ਕਾਲਜ ਦੇ ਵਿੱਚ ਪ੍ਰਿੰਸੀਪਲ ਸੀ, ਵਾਈਸ ਪ੍ਰਿੰਸੀਪਲ ਔਰ ਮੈਥਮੈਟਿਕਸ ਦੇ ਲੈਕਚਰਰ, ਔਰ ਮੇਰੇ ਮਦਰ ਗਵਰਨਮੈਂਟ ਟੀਚਰ ਸੀ। ਇੱਕ ਦਿਨ ਮੈਂ ਛੋਟੀ ਸੀ ਬਚਪਨ ਦੇ ਵਿੱਚ, ਔਰ ਮੇਰੇ ਡੈਡ ਆਏ ਕਾਲਜ ਤੋਂ, ਮਦਰ ਨਾਲ ਗੱਲ ਕਰ ਰਹੇ ਸੀ ਕਿ ਉਹ ਪ੍ਰੋਫੈਸਰ ਪਾਠ ਕਰਦੇ ਹੁੰਦੇ ਸੀ ਤੇ ਉਹਨਾਂ ਦੀ ਲਿਵ ਪਰਮਾਤਮਾ ਨਾਲ, ਰੱਬ ਨਾਲ ਜੁੜ ਗਈ ਹੈ। ਤੇ ਮੈਂ ਕੋਲ ਬੈਠੀ ਸੀ, ਮੈਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਸੀ ਉਸਲੇ। ਤੇ ਮੈਂ ਆਪਣੀ ਮਮ ਨੂੰ ਬਾਅਦ 'ਚ ਜਦੋਂ ਗੱਲ ਖਤਮ ਹੋ ਗਈ, ਮੈਂ ਪੁੱਛਿਆ ਕਿ ਜਿਹੜੀ ਰੱਬ ਨਾਲ ਲਿਵ ਹੈ, ਇਹਦਾ ਕੀ ਮਤਲਬ ਆ ਲੱਗਣੀ। ਤੇ ਮੈਨੂੰ ਮਮ ਨੇ ਕਿਹਾ ਕਿ ਬੇਟਾ, ਇਹ ਕੋਈ ਪਿਛਲੇ ਜਨਮ ਦੇ ਬਹੁਤ ਚੰਗੇ ਕਰਮ ਜਾਂ ਕੋਈ ਮੋਤੀ ਅਸੀਂ ਦਾਨ ਕੀਤੇ ਹੋਣ ਤਾਂ ਅਸੀਂ ਜਾ ਕੇ ਰੱਬ ਨੂੰ ਪਾ ਸਕਦੇ ਹਾਂ। ਸਾਡਾ ਜਿਹੜਾ ਮੇਲ ਹੈ, ਜਿੰਦੇ ਜੀ ਰੱਬ ਦੇ ਨਾਲ ਹੋ ਸਕਦਾ ਹੈ। ਸਿਸਟਰ, ਇੱਕ ਮਿੰਟ ਤੁਹਾਨੂੰ ਮੈਂ ਇੱਥੇ ਸਟਾਪ ਕਰਾਂ। ਇੱਕ ਸਾਡੇ ਨਾਲ ਲਾਈਵ ਕਾਲ ਤੇ ਭਾਈ ਨੇ, ਉਹ ਸਾਡੇ ਨਾਲ ਕੁਝ ਗੱਲ ਕਰਨੀ ਚਾਹੁੰਦੇ ਨੇ। ਹੈਲੋ ਕਾਲਰ। हेलो जी, कौन बोल रहे? जानसी की जी, मेरा नाम सैरा है। जी भैन, एक सॉरी फेक अपना नाम दसिए। सैरा। सैरा, अच्छा जी, की कहना चाहते भैन? ਤੁਹਾਡਾ ਪ੍ਰੋਗਰਾਮ ਬਹੁਤ ਨਾਈਸ ਆ ਰਿਹਾ। जी भैन। हेलो। हाँ जी हाँ जी, अपने टेलीविजन की आवाज बंद करके फिर गल करिए। ओके जी। जी भैन। ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ, ਬਹੁਤ ਨਾਈਸ ਆ। जी, थैंक यू। ਹਾਂ, ਖੁਦਾ ਤੁਹਾਨੂੰ ਬਹੁਤ ਆਸ਼ੀਸ਼ ਬਰਕਤ ਦੇਵੇ। ਰੀਅਲੀ ਨਾਈਸ ਆ। थैंक यू वेरी मच। ਤੇ ਖੁਦਾ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਦੇਵੇ ਤੇ ਇੱਦਾਂ ਤੁਹਾਡੇ ਪ੍ਰੋਗਰਾਮ ਚੱਲਦੇ ਰਹਿਣ। ਤੇ ਸਿਸਟਰ, ਮੈਂ ਪੁੱਛ ਸਕਦਾ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਫੋਨ ਕਰ ਰਹੇ ਹੋ? ਜੀ ਬਰਮਿੰਘਮ ਤੋਂ। ਬਰਮਿੰਘਮ ਤੋਂ ਫੋਨ ਕਰ ਰਹੇ ਹੋ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਆਸ਼ੀਸ਼ ਦੇਵੇ। ਤੇ ਸਾਡੇ ਭੂਆ ਫੁੱਫੜ ਜੀ ਲਈ ਜ਼ਰੂਰ ਪ੍ਰਾਰਥਨਾ ਕਰਿਓ। ਹਾਂਜੀ, ਸਾਡੀ ਫੈਮਿਲੀ ਲਈ, ਮੇਰੇ ਬ੍ਰਦਰਾਂ ਲਈ ਵੀ। ਜੀ ਜ਼ਰੂਰ। ਥੈਂਕ ਯੂ। ਓਕੇ ਭੈਣ, ਥੈਂਕ ਯੂ, ਗॉड ਬlesਸ ਯੂ। ਹਾਂਜੀ ਸਿਸਟਰ ਜੀ, ਸੌਰੀ ਇੰਟਰਰਪਟ ਕੀਤਾ ਜੀ। ਮੈਂ ਦੱਸ ਰਹੀ ਸੀ ਕਿ ਉਸ ਲਈ ਮੇਰੇ ਮਨ 'ਚ ਆਇਆ ਕਿ ਪਰਮਾਤਮਾ ਨਾਲ ਮੇਲ ਹੋਣਾ ਜਿੰਦੇ ਜੀ ਬਹੁਤ ਵੱਡੀ ਗੱਲ ਹੈ। ਪਰ ਮੇਰੀ ਮਾਮ ਨੇ ਇਹ ਕਿਹਾ ਸੀ ਕਿ ਮੋਤੀ ਦਾਨ ਕਰਨੇ ਪੈਂਦੇ, ਅੱਛੇ ਕਰਮ, ਔਰ ਪਿਛਲੇ ਜਨਮ ਬਾਰੇ ਮੈਂ ਜਾਣਦੀ ਨਹੀਂ ਸੀ ਮੈਂ ਕੀ ਕੀਤਾ ਹੈ। ਤੇ ਮੈਂ ਬਸ ਮਮ ਦੇ ਪਿੱਛੇ ਸੀ। ਅਸੀਂ ਪਾਠ ਕਰਕੇ ਅਸੀਂ ਰੋਟੀ ਖਾਣੀ। ਬਟ ਜਦੋਂ ਮੈਂ ਥੋੜੀ ਵੱਡੀ ਹੋਈ ਤਾਂ 91 ਦੇ ਵਿੱਚ ਮੇਰੇ ਮਮ ਨੂੰ ਕੈਂਸਰ ਹੋ ਗਿਆ। ਔਰ ਸਾਡੀ ਫੈਮਿਲੀ, ਅਸੀਂ 2 ਸਿਸਟਰ, 1 ਬ੍ਰਦਰ ਸੀ। ਤੇ ਸਾਨੂੰ ਬੜਾ ਧੱਕਾ ਲੱਗਾ ਕਿ ਮਮ ਨੂੰ ਕੈਂਸਰ ਹੋ ਗਿਆ। ਔਰ 96 ਦੇ ਵਿੱਚ ਉਹਨਾਂ ਦੀ ਕੈਂਸਰ, ਅਸੀਂ ਉਹਨਾਂ ਨੂੰ ਆਪਣੀ ਅੱਖੀ ਇੰਨੇ ਸਾਲਾਂ, 5 ਸਾਲ ਉਹਨਾਂ ਨੂੰ ਕੁੱਟ ਕੇ ਹੌਲੀ ਹੌਲੀ ਇੱਕ ਤੀਲੇ ਤਰ੍ਹਾਂ ਹੁੰਦੇ ਹੋਏ ਅਸੀਂ ਉਹਨਾਂ ਨੂੰ ਮਰਦੇ ਆਪਣੀ ਅੱਖੀ ਸਾਹਮਣੇ ਦੇਖਿਆ। ਜਦੋਂ ਮੇਰੇ ਮਮ ਦੀ ਡੈਥ ਹੋਈ ਤਾਂ ਮੈਂ ਬਹੁਤ ਹੀ ਜ਼ਿਆਦਾ ਅੰਦਰੋਂ ਟੁੱਟ ਗਈ, ਕਿਉਂਕਿ ਮੈਂ ਆਪਣੀ ਮਦਰ ਨਾਲ ਬਹੁਤ ਅਟੈਚ ਸੀ। ਇਹ ਮੇਰਾ ਮੈਂ ਕੁਝ ਟਾਈਮ ਲਈ ਛੱਡਿਆ ਕਿ ਮੈਂ ਰੱਬ ਨੂੰ ਮੰਨਣਾ ਨਹੀਂ ਹੈ। ਇੱਦਾਂ ਕਿਉਂ ਕੀਤਾ? ਉਹ ਇੰਨੀ ਧਾਰਮਿਕ ਲੇਡੀ ਸੀ, ਇੰਨਾ ਪਾਠ ਪੂਜਾ ਕਰਦੀ ਸੀ, ਫਿਰ ਉਹਦੇ ਨਾਲ ਇੱਦਾਂ ਕਿਉਂ ਹੋਇਆ? ਸਿਸਟਰ, ਮੈਂ ਤੁਹਾਡੇ ਕੋਲ ਮੁੜ ਕੇ 1 ਮਿੰਟ ਲਈ ਫਿਰ ਆਉਂਦਾ ਹੈਗਾ। ਕੈਨ ਵੀ ਹੈਵ ਲਾਈਵ ਕਾਲ ਦਾ ਸਾਡੇ? ਹੈਲੋ ਜੈਨਸੀ ਦੀ, ਅਸ਼ੋਕ ਜੀ, ਅਮਰਚੰਦ ਬੋਲ ਰਿਹਾ। ਅਮਰਚੰਦ ਜੀ, ਵੈਲਕਮ, ਤੁਹਾਡਾ ਬਹੁਤ ਸਵਾਗਤ ਕਰਦੇ ਹਾਂ। ਥੈਂਕ ਯੂ। ਸਭ ਤੋਂ ਪਹਿਲਾਂ ਅੱਜ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਜਿਹੜੇ ਪ੍ਰਭੂ ਦੇ ਵਚਨ ਲੈ ਕੇ ਆ ਰਹੇ ਆ। ਪ੍ਰਭੂ ਇਹਨਾਂ ਨੂੰ ਸਾਰੀ ਟੀਮ ਨੂੰ ਬਰਕਤ ਔਰ ਆਸ਼ੀਸ਼ ਦੇਵੇ। ਜਿਹੜੀਆਂ 2 ਗਵਾਹੀਆਂ ਅਸੀਂ ਸੁਣੀਆਂ, ਭੈਣ ਉਹ ਰੈਡੀ ਦੇ ਰਹੀ ਆ, ਤੇ ਇਹਨਾਂ ਨੂੰ ਪ੍ਰਭੂ ਹੋਰ ਆਸ਼ੀਸ਼ ਬਰਕਤ ਦੇਵੇ, ਤਾਂ ਕਿ ਜਿਹੜੇ ਵੀ ਭਾਈ ਭੈਣ ਸੁਣਦੇ ਆ, ਅੱਜ ਕੱਲ੍ਹ ਈਸਟਰ ਆ ਰਹੀ ਆ, ਵੀ ਪ੍ਰਭੂ ਇਸ ਈਸਟਰ ਵਿੱਚ ਤਿਆਰ ਰਹਿਣ। ਉਹਨਾਂ ਨੂੰ ਬੜਾ ਮੌਕਾ ਅੱਛਾ ਹੋਊਗਾ ਤਾਂ ਕਿ ਯਿਸੂ ਮਸੀਹ ਨੂੰ ਕਬੂਲ ਕਰ ਲੈਣ। ਸਾਰਾ ਵਚਨ ਸੁਣ ਸਕਦੇ, ਦੇਖ ਸਕਦੇ ਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਭੈਣ ਨੂੰ ਬਰਕਤ ਦੇ। ਬਾਕੀ ਹੋਰ ਸਾਰੇ ਜਿਹੜੇ ਹੈਗੇ ਸੁਣਨ ਵਾਲੇ, ਤੇ ਸਾਰਿਆਂ ਨੂੰ ਬਰਕਤ ਮਿਲੇ। ਥੈਂਕ ਯੂ ਵੈਰੀ ਮਚ ਸਰ। ਬlesਸ ਯੂ ਸਰ। ਥੈਂਕ ਯੂ, ਪ੍ਰਭੂ ਬੜੀ ਬਰਕਤ ਦੇਵੇ ਸਰ। ਜੀ ਸਿਸਟਰ, ਹਾਂ। ਔਰ ਮੈਂ ਦੱਸ ਰਹੀ ਸੀ, ਜਦੋਂ ਮੇਰੇ ਮਮ ਦੀ ਡੈਥ ਹੋਈ, ਅਸੀਂ ਫਿਰ ਸਾਡੇ ਸੰਤ ਹੁੰਦੇ ਸੀ ਕੁਟੀਆ, ਅਸੀਂ ਕਾਫੀ ਮਹੀਨਿਆਂ ਬਾਅਦ ਉਹਨਾਂ ਕੋਲ ਗਏ। ਤੇ ਮੇਰੇ ਡੈਡ ਨੇ ਸੰਤਾਂ ਦੇ ਅੱਗੇ ਇਹੀ ਸਵਾਲ ਰੱਖਿਆ ਕਿ ਰਜਨੀ, ਮੇਰੇ ਮਦਰ ਦਾ ਨਾਂ ਸੀ, ਕਿ ਉਹ ਇੰਨੀ ਧਾਰਮਿਕ ਲੇਡੀ ਸੀ, ਫਿਰ ਉਹਦੀ ਇੱਦਾਂ ਦੀ ਮੌਤ ਕਿਉਂ ਹੋਈ? ਔਰ ਸੰਤਾਂ ਜੀ ਨੇ ਇਹ ਜਵਾਬ ਦਿੱਤਾ ਕਿ ਇਹ ਸਾਡੇ ਪਿਛਲੇ ਜਨਮ ਦੇ ਕਰਮ ਹੁੰਦੇ ਆ, ਉਹ ਅਸੀਂ ਇਸ ਜਨਮ 'ਚ ਉਹਨੇ ਭੁਗਤ ਲਏ, ਔਰ ਇਸ ਜਨਮ ਦੇ ਜਿਹੜੇ ਉਹ ਚੰਗੇ ਕਰਮ ਕਰਕੇ ਗਈ ਹੈ, ਉਹ ਅਗਲੇ ਜਨਮ ਦੇ ਵਿੱਚ ਉਹਨੂੰ ਉਹਦਾ ਫਲ ਮਿਲੇਗਾ। ਮੈਂ ਉੱਥੇ ਬੈਠੀ ਸੁਣਿਆ ਜਦੋਂ, ਤਾਂ ਮੇਰੇ ਦਿਲ ਨੂੰ ਲੱਗਾ ਕਿ ਪਿਛਲਾ ਜਨਮ ਕਿਹਨੇ ਦੇਖਿਆ ਔਰ
ਔਰ ਆਉਣ ਵਾਲਾ ਜਨਮ ਕਿਹਨੇ ਦੇਖਿਆ ਕਿ ਮੇਰੀ ਮਾਂ ਤਾਂ ਚਲੇ ਗਈ। ਇਹ ਜੀਵਨ ਦੇ ਵਿੱਚ ਅਸੀਂ ਸਫ਼ਰ ਕਰਨਾ ਜਾਂ ਮੇਰੇ ਫਾਦਰ ਨੇ ਸਫ਼ਰ ਕਰਨਾ। ਜਦੋਂ ਮੈਂ ਘਰ ਆਈ ਪਰ ਥੋੜੀ ਦੇਰ ਪਾਠ ਛੱਡਿਆ, ਫਿਰ ਮੇਰੇ ਮਨ 'ਚ ਇਹ ਆਇਆ ਕਿ ਰੱਬ ਤੋਂ ਬਿਨਾਂ ਸਾਡੀ ਕੋਈ ਲਾਈਫ ਨਹੀਂ, ਸਾਡੀ ਕੋਈ ਗਤੀ ਨਹੀਂ ਹੈ। ਫਿਰ ਅਸੀਂ ਪਾਠ ਪੂਜਾ ਅਸੀਂ ਦੋਨੋਂ ਭੈਣਾਂ ਕਰਨ ਲੱਗ ਪਈਆਂ, ਉੱਦਾਂ ਹੀ ਜੋਤਾਂ ਜਗਾਈਆਂ ਸਾਰਾ ਕੁਝ। ਪਰ ਫਿਰ ਵੀ ਸਾਡੇ ਵਿਆਹ ਵੀ ਹੋ ਗਏ ਸਾਰਾ ਕੁਝ, ਪਰ ਅਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਦੁਖੀ ਸੀ ਤਿੰਨੇ ਭੈਣ ਭਰਾ। ਔਰ ਜਦੋਂ ਬਟ 2009 ਦੇ ਵਿੱਚ ਮੇਰੇ ਬ੍ਰਦਰ ਇੱਥੇ ਲੈਸਟਰ ਦੇ ਵਿੱਚ ਹੀ ਸੀਗੇ, ਉਹ ਕੁਝ ਕੰਮ ਲਈ ਇੰਡੀਆ ਗਏ ਸੀ, ਉਹਨਾਂ ਦਾ ਹਾਰਟ ਅਟੈਕ ਹੋਇਆ ਤੇ ਉਹਨਾਂ ਦੀ ਡੈਥ ਹੋ ਗਈ। ਜਦੋਂ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਸਾਡਾ ਸਾਰਾ ਪਰਿਵਾਰ ਹੀ ਟੁੱਟ ਗਿਆ, ਬਿਖਰ ਗਿਆ। ਤੇ ਬਚਪਨ ਦੇ ਵਿੱਚ ਹੀ ਮੇਰੇ ਸਵਾਲ ਹੁੰਦੇ ਸੀ ਕਿ ਸਾਰੇ ਧਰਮ ਬਣੇ ਹੋਏ ਆ ਔਰ ਸਾਰੇ ਧਰਮ ਇਹ ਕਹਿ ਰਹੇ ਆ ਕਿ ਪਰਮੇਸ਼ਰ ਇੱਕ ਹੈ, ਖੁਦਾ ਇੱਕ ਹੈ। ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਸੀ, ਮੇਰੇ ਅੰਦਰ ਇਹ ਸਵਾਲ ਉੱਠਦਾ ਸੀ ਜੇ ਇੱਕੋ ਪਾਵਰ ਇੱਕ ਹੈ ਫਿਰ ਇੰਨੇ ਧਰਮ ਕਿਉਂ ਬਣੇ ਹੋਏ ਆ। ਸਿਸਟਰ ਇੱਕ ਮਿੰਟ ਥੱਲੇ ਤੁਹਾਨੂੰ ਫਿਰ ਵਾਪਸ ਤੁਹਾਡੇ ਤੱਕ ਆਉਂਦੇ ਹੈਗੇ। ਹੈਲੋ ਜੀ, ਨਮਸਤੇ। ਜੈਮਸੀ ਕੌਣ ਬੋਲ ਰਹੇ? ਕੀ ਹਾਲ ਹੈ ਜੀ? ਹਾਂਜੀ ਠੀਕ ਹੈ ਜੀ, ਕੌਣ ਬੋਲ ਰਹੇ? ਜੀ ਮੈਂ ਰਾਜ ਬੋਲਦਾ ਜੀ। ਰਾਜ ਜੀ ਤੁਹਾਡਾ ਬਹੁਤ ਅੱਛਾ, ਸਵਾਗਤ। ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਜੀ ਕਿ ਤੁਹਾਡਾ ਪਿੱਛੇ ਮਤਲਬ ਇੰਡੀਆ ਤੋਂ ਤੁਸੀਂ ਜੀ ਹਾਂਜੀ ਸੌਰੀ ਫਿਰ ਇੱਕ ਦਫਾ ਬੋਲੀਏ। हाँ उनकी कॉल कट हो गई। हाँ जी सिस्टर जी। हाँ जी हाँ जी। तो ਫਿਰ ਮੇਰੇ ਮਨ 'ਚ ਵੀ ਸਵਾਲ ਉੱਠਦੇ ਸੀਗੇ ਕਿ ਹਾਂ ਸਵਰਗ ਨਰਕ ਤਾਂ ਹੈ, ਪਰ ਮੈਨੂੰ ਇਹ ਸਮਝ ਨਹੀਂ ਆਉਂਦਾ ਸੀ ਸਵਰਗ ਕਿਨੇ ਜਾਣਾ ਕਿ ਨਰਕ ਕਿਨੇ ਜਾਣਾ। ਮੈਂ ਸ਼ੁਰੂ ਤੋਂ ਹੀ ਬੜੀ ਧਾਰਮਿਕ ਰਿਲੀਜੀਅਸ ਮੇਰੀ ਪਰਵਰਿਸ਼ ਹੋਈ ਸੀ ਔਰ ਮੈਂ ਝੂਠ ਵੀ ਬੋਲ ਲੈਂਦੀ ਸੀ ਔਰ ਮੇਰੇ ਮਨ 'ਚ ਆ ਜਾਂਦਾ ਸੀ ਹੁਣ ਮੈਂ ਝੂਠ ਬੋਲ ਲਿਆ ਕਿ ਮੈਂ ਨਰਕ ਜਾਊਂਗੀ ਕਿ ਸਵਰਗ ਜਾਊਂਗੀ। ਮੈਨੂੰ ਇਹ ਪਤਾ ਸੀ ਕਿ ਦੁਨੀਆ ਰੱਬ ਨੇ ਸਵਰਗ ਨਰਕ ਬਣਾਏ ਹੈ, ਬਟ ਅਸੀਂ ਜਾਣਾ ਕਿਨੇ ਹੈ ਤੇ ਕਿਨੇ ਨਹੀਂ ਜਾਣਾ, ਇਹ ਵੀ ਮੇਰੇ ਮਨ ਦੇ ਵਿੱਚ ਇੱਕ ਸਵਾਲ ਉੱਠਦਾ ਸੀ। ਮੈਂ ਪਾਠ ਪੂਜਾ ਕਰਦੀ ਰਹੀ, ਬਟ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਸਾਡਾ ਸਾਰਾ ਪਰਿਵਾਰ ਹੀ ਟੁੱਟ ਗਿਆ ਬੁਰੀ ਤਰ੍ਹਾਂ। ਔਰ ਮੇਰੀ ਸਿਸਟਰ ਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਕੋਈ ਪਾਠ ਨਹੀਂ ਕਰਨਾ, ਕਿਸੇ ਗੁਰੂ ਨੂੰ ਨਹੀਂ ਮੈਂ ਬਲੀਵ ਕਰਨਾ, ਕੋਈ ਕੁਝ ਨਹੀਂ। ਔਰ ਮੈਂ ਆਪਣੀ ਸਿਸਟਰ ਨੂੰ ਇਹੀ ਕਿਹਾ ਕਿ ਦੀਦੀ ਨਹੀਂ, ਕਿ ਸਾਡੀ ਇਸ ਰੱਬ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। ਆਖਿਰ ਜਿੰਨਾ ਮਰਜ਼ੀ ਅਸੀਂ ਇਹਨਾਂ ਨਾਲ ਨਾਰਾਜ਼ ਹੋ ਲਈਏ ਆਪਣੇ ਗੁਰੂਆਂ ਦੇ ਨਾਲ, ਬਟ ਆਖਿਰ ਦੇ ਵਿੱਚ ਸਾਡੀ ਮੁਕਤੀ ਸਾਡੀ ਗਤੀ ਇਹਨਾਂ ਦੇ ਵਿੱਚ ਹੀ ਆ। ਅਸੀਂ ਇਹਨਾਂ ਨੂੰ ਨਹੀਂ ਛੱਡ ਸਕਦੇ। ਪਰ ਮੇਰੇ ਇੱਕ ਮਨ ਦੇ ਵਿੱਚ ਇਹ ਆਉਂਦਾ ਹੈ ਕਿ ਰੱਬ ਨੂੰ ਉੱਪਰੋਂ ਇੱਕ ਕਿਤਾਬ ਸਿੱਟਣੀ ਚਾਹੀਦੀ ਹੈ ਜਿਹਦੇ ਵਿੱਚ ਉਹਦੇ ਕਾਨੂੰਨ ਵਿਧੀਆਂ ਲਿਖੀਆਂ ਹੋਣ, ਸਾਨੂੰ ਪਤਾ ਹੋਵੇ ਕਿ ਜੇ ਇਹਨਾਂ ਦੇ ਉੱਤੇ ਚੱਲੋ ਤੇ ਤੁਹਾਨੂੰ ਜੀਵਨ ਮਿਲੂਗਾ, ਇਹਨਾਂ ਦੇ ਉੱਤੇ ਚੱਲੋ ਤੇ ਤੁਹਾਨੂੰ ਔਖਿਆਈ ਆਊਗੀ, ਤੁਹਾਡੀ ਮੌਤ ਹੋਊਗੀ। ਮੈਂ ਕਿਹਾ ਇਦਾਂ ਦਾ ਕੁਝ ਰੱਬ ਨੂੰ ਸਿਸਟਮ ਕਰਨਾ ਚਾਹੀਦਾ ਹੈ। ਤੇ ਜਦੋਂ ਮੈਂ ਬਹੁਤ ਟੁੱਟ ਗਈ ਸੀ ਔਰ ਮੈਂ ਮਦਰ ਦੇ ਡੈਥ ਤੋਂ ਬਾਅਦ ਹੀ ਡਿਪਰੈਸ਼ਨ ਦੇ ਵਿੱਚ ਚਲੇ ਗਈ ਸੀ। ਔਰ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਤਾਂ ਮੈਂ ਡੀਪਲੀ ਡਿਪਰੈਸ਼ਨ ਦੇ ਵਿੱਚ ਚਲੇ ਗਈ। ਕੋਈ ਸਾਈਕੈਟ੍ਰਿਸਟ ਇੰਡੀਆ ਦੇ ਵਿੱਚ ਕੋਈ ਵੀ ਮੈਂ ਹੋਮੋਪੈਥਿਕ ਮੈਡੀਸਿਨ ਕੋਈ ਨਹੀਂ ਛੱਡੀ। ਔਰ ਮੇਰੀ ਫੈਮਿਲੀ ਇਨ-ਲॉज ਫੈਮਿਲੀ ਵੀ ਪਰੇਸ਼ਾਨ ਹੋ ਚੁੱਕੇ ਸੀ। ਜਦੋਂ ਮੈਨੂੰ ਡਿਪਰੈਸ਼ਨ ਅਟੈਕ ਆਉਂਦੇ ਸੀ, ਨਰਵਸ ਦੇ ਵਿੱਚ ਇੰਜੈਕਸ਼ਨ ਲੱਗਦੇ ਹੁੰਦੇ ਸੀ, ਬੁਰਾ ਹਾਲ ਸੀ। ਔਰ ਸਿਸਟਰ ਸੌਰੀ ਤੁਹਾਨੂੰ ਫਿਰ ਇੰਟਰਪਟ ਕਰ ਦੇंगे। वी हैव अ लाइव कॉलर। हेलो हाँ जी नमस्ते जी, सब कौन बोल रहे हैं? की हाल जी? राज बोल रहे जी, फोन कट गया सी मेरा। हाँ जी राज जी कितने बोल रहे हैं जी तुसी? मैं लेस्टर तो बोल रहा। लेस्टर तो बोल रहे हैं। वेलकम जी, सर। मैं पुछना चाहता सी भाजी कि पिछले तो मतलब इंडिया तो हैगा ਤੁਹਾਡਾ ਜਾਂ ਤੁਸੀਂ ਫਰਮ ਪਾਕਿਸਤਾਨ? जी मैं इंडिया तो हाँ जी। ਅੱਛਾ, ਤੇ ਮੈਂ ਪੁੱਛਣਾ ਸੀ ਕਿ ਇਹ ਜਿਹੜੇ ਇੱਕ ਹੋਰ ਪ੍ਰੋਗਰਾਮ ਆਉਂਦਾ ਸੀਗਾ ਉਹਦੇ ਵਿੱਚ ਨਾ ਉਧਰ ਦੇ ਜਿਹੜੇ ਆਪਣਾ ਪਾਕਿਸਤਾਨ ਦੇ ਵਿੱਚ ਕ੍ਰਿਸਚਨ ਜਿਹੜੇ जी ਉਹਨਾਂ ਦਾ ਵੀ ਇੱਕ ਪ੍ਰੋਗਰਾਮ ਆਉਂਦਾ ਸੀ ਤੇ ਮੈਂ ਮਿਕਸਅਪ ਹੋ ਗਿਆ। ਮੈਂ ਸੋਚਿਆ ਤੇ ਮੈਂ ਪੁੱਛਣਾ ਚਾਹੁੰਦਾ ਸੀ ਭਾਜੀ ਕਿ ਉਹਨਾਂ ਦੇ ਬੜੇ ਮਸਲੇ ਹੈਗੇ ਹੈ ਉੱਥੇ, ਉਹਨਾਂ ਨੂੰ ਬੜਾ ਮਤਲਬ ਪ੍ਰੋਬਲਮ ਹੁੰਦਾ ਹੈ ਉੱਥੇ, ਉਹ ਤਾਂ ਤੁਹਾਨੂੰ ਵੀ ਪਤਾ ਹੈ। ਅੱਛਾ, ਉਹਨਾਂ ਦੇ ਵਾਸਤੇ ਤੁਸੀਂ ਕੀ ਕਰਦੇ ਪਏ ਹੋ ਭਾਜੀ? ਅੱਛਾ, ਉਹਨਾਂ ਦੇ ਵਾਸਤੇ हाँ जी एक मिनट ਜੇ ਤੁਸੀਂ ਮੈਨੂੰ ਜੇ ਸਾਡੀ ਗੱਲ ਲੰਮੀ ਚੌੜੀ ਸੀ ਕਰਾਂਗੇ, ਜੇ ਤੁਸੀਂ ਮੈਨੂੰ ਮੋਬਾਈਲ ਤੇ ਮੇਰੇ ਸਟੂਡੀਓ 'ਚ ਨੰਬਰ ਲੈ ਸਕਦੇ ਹੋ ਤਾਂ ਮੋਬਾਈਲ ਤੇ ਅਸੀਂ ਮੇਰੇ ਨਾਲ ਗੱਲ ਟੈਲੀਫੋਨ ਕਰੀਏ ਤੇ ਅਸੀਂ ਲੰਮੀ ਚੌੜੀ ਗੱਲ ਕਰ ਸਕਦੇ ਹਾਂ। ਚਲੋ ਠੀਕ ਹੈ ਜੀ, ਠੀਕ ਹੈ। ਬੜੀ ਥੈਂਕ ਯੂ ਵੈਰੀ ਮਚ ਫॉर ਕੋਲ ਕਰਨ ਦਾ। ਪ੍ਰਭੂ ਤੁਹਾਨੂੰ ਬੜੀ ਬਰਕਤ ਦੇਵੇ। ਸਿਸਟਰ ਜੀ ਤੁਹਾਡੇ ਲੈ ਚੰਨੇ। ਹਾਂਜੀ। ਤੇ ਜਦੋਂ ਮੇਰੇ ਇਨ-ਲॉज ਮੇਰੇ ਚਾਹੁੰਦੇ ਸੀ ਕਿ ਅਸੀਂ ਬਾਹਰ ਸੈਟਲ ਹੋਈਏ ਤੇ ਮੈਂ ਇੱਥੇ ਸਟੱਡੀ ਬੇਸ ਤੇ ਇੱਥੇ ਆ ਗਈ, ਬਟ ਮੈਂ ਡਿਪਰੈਸ਼ਨ ਦੇ ਵਿੱਚ ਬਹੁਤ ਸੀ। ਮੈਂ ਬਾਹਰ ਆਉਣਾ ਵੀ ਨਹੀਂ ਚਾਹੁੰਦੀ ਸੀ, ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਜਾਣਾ ਚਾਹੁੰਦੀ ਸੀ, ਬਟ ਇੱਕ ਪ੍ਰੈਸ਼ਰ ਹੋਇਆ ਮੇਰੇ ਤੇ, ਮੈਨੂੰ ਇੱਥੇ ਆਉਣਾ ਪਿਆ। ਔਰ ਮੈਂ ਇੱਥੇ ਆਈ MBA ਕਰਨ, ਮਾਸਟਰ ਉਧਰੋਂ ਮੈਂ ਕੋਰਸ ਲੈ ਲਿਆ
ਔਰ ਉਧਰੋਂ ਮੈਂ ਡਿਪਰੈਸ਼ਨ ਦੇ ਵਿੱਚ ਸੀ, ਮੇਰੀ ਬਹੁਤ ਜ਼ਿਆਦਾ ਬੁਰੀ ਹਾਲਤ ਸੀ ਔਰ ਮੇਰੇ ਬੱਚੇ ਨਾਲ ਸੀ। ਮੈਂ ਫਿਰ ਵਾਪਸ ਭੇਜੇ ਔਰ ਬਹੁਤ ਜ਼ਿਆਦਾ ਮੈਨੂੰ ਡਿਪਰੈਸ਼ਨ ਅਟੈਕ ਆਉਣੇ ਸ਼ੁਰੂ ਹੋ ਗਏ। 2 ਵਾਰੀ ਮੈਂ ਆਪਣੀ ਲਾਈਫ ਦੇ ਵਿੱਚ ਮੈਂ ਸੁਸਾਈਡ ਅਟੈਂਪਟ ਕੀਤਾ। ਤੇ ਜਦੋਂ 7 ਗੋਲੀਆਂ ਮੈਂ ਰੋਜ਼ ਖਾਂਦੀ ਸੀ ਡੇਲੀ ਔਰ ਮੇਰਾ ਬੁਰਾ ਹਾਲ ਹੁੰਦਾ ਸੀ। ਇੱਕ ਦਿਨ ਅਸੀਂ ਜਦੋਂ ਇੱਥੇ ਇੰਗਲੈਂਡ ਆਏ ਤੇ ਮੈਂ ਬ੍ਰਦਰ ਜੌਨ, ਜਿਹੜੇ ਮੇਰੇ ਬ੍ਰਦਰ ਬੈਠੇ ਕੋਲ ਮੇਰੇ, ਇਹਨਾਂ ਦੇ ਨਾਲ ਅਸੀਂ ਨੇਬਰ ਦੇ ਵਿੱਚ ਅਸੀਂ ਮਕਾਨ ਲਿਆ, ਅਸੀਂ ਇੱਥੇ ਆਏ ਔਰ ਕੋਈ ਇਸ ਤਰ੍ਹਾਂ ਹੀ ਕੋਈ ਲੈਟਰ ਆਈ, ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਉਹਦੇ ਬਾਰੇ। ਅਸੀਂ ਐਜ਼ ਏ ਨੇਬਰ ਅਸੀਂ ਮੈਂ ਔਰ ਮੇਰੇ ਹਸਬੈਂਡ ਇਹਨਾਂ ਦੇ ਕੋਲ ਗਏ ਔਰ ਇਹਨਾਂ ਨੇ ਸਾਨੂੰ ਗੱਲਾਂ ਵਿੱਚ ਯਿਸੂ ਜੀ ਬਾਰੇ ਸਾਨੂੰ ਦੱਸਿਆ। ਮੈਂ ਗੋਡ ਜੀਸਸ ਬਾਰੇ ਸੁਣਿਆ ਸੀ ਬਟ ਉਹਨਾਂ ਬਾਰੇ ਮੈਂ ਕੁਝ ਨਹੀਂ ਜਾਣਦੀ ਸੀ, ਕਿਉਂਕਿ ਮੇਰੇ ਫਾਦਰ ਬਹੁਤ ਹੀ ਰੀਜਡ ਸਿੱਖੀਜ਼ਮ ਦੇ ਵਿੱਚ ਬਿਲੀਵ ਕਰਦੇ ਸੀ। ਮੇਰੀਆਂ ਕਾਫੀ ਬਾਮਨਾ ਹਿੰਦੂ ਮੇਰੀਆਂ ਫਰੈਂਡਸ ਹੁੰਦੀਆਂ ਸੀ ਔਰ ਮੇਰੇ ਫਾਦਰ ਨੇ ਸਾਨੂੰ ਇਹ ਸਪੈਸ਼ਲੀ ਕਿਹਾ ਹੋਇਆ ਸੀ ਕਿ ਤੁਸੀਂ ਉਹਨਾਂ ਨਾਲ ਰਹਿ ਸਕਦੀਆਂ ਪਰ ਤੁਸੀਂ ਉਹਨਾਂ ਨਾਲ ਕਦੀ ਵੀ ਮੰਦਿਰ ਨਹੀਂ ਜਾਣਾ, ਤੁਹਾਡਾ ਸਿਰ ਹਮੇਸ਼ਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੀ ਝੁਕਣਾ ਚਾਹੀਦਾ। ਤੇ ਜਦੋਂ ਮੈਨੂੰ ਬ੍ਰਦਰ ਜੌਨ ਨੇ ਗੋਡ ਜੀਸਸ ਬਾਰੇ ਗਵਾਹੀ ਦਿੱਤੀ ਕਿ ਉਹ ਜਿੰਦਾ ਪਰਮੇਸ਼ਰ ਹੈ ਔਰ ਉਹ ਸਾਡੇ ਨਾਲ ਗੱਲਾਂ ਕਰਦਾ, ਸਾਨੂੰ ਦੱਸਦਾ ਕਿ ਤੁਹਾਡਾ ਇਹ ਰਸਤਾ ਤੁਸੀਂ ਜਾਓ, ਇਹ ਤੁਹਾਡੇ ਲਈ ਚੰਗਾ ਆ, ਇਹ ਰਸਤੇ ਤੇ ਤੁਸੀਂ ਨਹੀਂ ਚੱਲਣਾ, ਇਹ ਮਾੜਾ ਹੈ, ਤਾਂ ਮੇਰੇ ਪੈਰਾਂ ਥੱਲੋਂ ਇੱਕ ਜ਼ਮੀਨ ਨਿਕਲ ਗਈ ਕਿ ਮੈਂ ਬਚਪਨ ਤੋਂ ਇੰਨਾ ਤਲਾਸ਼ ਦੇ ਵਿੱਚ ਆ ਰੱਬ ਦੀ ਵੀ, ਰੱਬ ਹੈ, ਮੈਂ ਰੱਬ ਨੂੰ ਮਿਲਣਾ ਚਾਹੁੰਦੀ ਆ। ਉਹ ਪਾਵਰ ਕਿਹੜੀ ਹੈ ਜਿਹੜੀ ਸਾਰੇ ਧਰਮਾਂ ਦੇ ਵਿੱਚ ਕੰਮ ਕਰ ਸਕਦੀ ਆ, ਕਿ ਉਹ ਸਾਰੇ ਦੇਵੀ ਦੇਵਤਿਆਂ ਗੁਰੂਆਂ ਦੇ ਵਿੱਚ ਹੈ ਪਾਵਰ। ਮੇਰੇ ਅੰਦਰ ਇਹ ਸਵਾਲ ਸੀ, ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਆ, ਪਰ ਇਹ ਮੇਰੀ ਬਚਪਨ ਦੇ ਵਿੱਚ ਸਵਾਲ ਮੇਰੇ ਦਿਮਾਗ ਦੇ ਵਿੱਚ ਘੁੰਮ ਰਿਹਾ ਸੀ। ਜਦੋਂ ਮੈਨੂੰ ਬ੍ਰਦਰ ਨੇ ਦੱਸਿਆ, ਮੈਂ ਕਦੀ ਸੋਚਿਆ ਨਹੀਂ ਸੀ ਕਿ ਜੀਂਦੇ ਜੀ ਅਸੀਂ ਰੱਬ ਦੇ ਨਾਲ ਗੱਲ ਕਰ ਸਕਦੇ ਹਾਂ। ਤੇ ਜਦੋਂ ਮੈਨੂੰ ਬ੍ਰਦਰ ਜੌਨ ਨੇ ਦੱਸਿਆ ਤੇ ਮੈਂ ਬੜੀ ਹਿੱਲ ਗਈ ਔਰ ਮੈਂ ਜਦੋਂ ਘਰ ਆਈ ਤਾਂ ਮੈਂ ਆਪਣੇ ਹਸਬੈਂਡ ਨਾਲ ਗੱਲ ਕੀਤੀ ਕਿ ਮੈਂ ਇਸ ਰਸਤੇ ਤੇ ਚੱਲਣਾ ਚਾਹੁੰਦੀ, ਕਿਉਂਕਿ ਮੈਂ ਰੱਬ ਦੀ ਖੋਜ ਵਿੱਚ ਆ। ਮੇਰੇ ਹਸਬੈਂਡ ਨੇ ਮੇਰੀ ਲਾਈਫ ਦੇਖੀ ਸੀ, ਜਦੋਂ ਮੈਂ ਤੜਫਦੀ ਸੀ ਉੱਥੇ, ਮੈਂ ਅੰਦਰ ਇੱਕ ਸ਼ਾਂਤੀ ਦੀ ਤਲਾਸ਼ ਦੇ ਵਿੱਚ ਸੀ, ਇੱਕ ਖੁਸ਼ੀ ਦੀ ਤਲਾਸ਼ ਦੇ ਵਿੱਚ ਸੀ। ਮੈਨੂੰ ਕਿਸੇ ਨੇ ਉੱਥੇ ਕਿਹਾ ਕਿ ਤੁਸੀਂ ਦਿਨ ਦੇ ਵਿੱਚ 3 ਸੁਖਮਨੀ ਸਾਹਿਬ ਦੇ ਪਾਠ ਕਰੋ ਤੇ ਤੁਹਾਨੂੰ ਸ਼ਾਂਤੀ ਜ਼ਰੂਰ ਮਿਲੂਗੀ। ਮੈਂ ਉਹ ਵੀ ਕੀਤਾ। ਮੈਨੂੰ ਕਿਸੇ ਨੇ ਕਿਹਾ ਕਿ ਜੇ ਤਾਰਿਆਂ ਦੀ ਛਾਂ 3 ਸੁਖਮਨੀ ਸਾਹਿਬ ਦੇ ਪਾਠ ਕਰੋ। ਮੈਂ 2:30 ਵਜੇ ਉੱਠ ਕੇ ਇਸ਼ਨਾਨ ਕਰਕੇ ਤਾਰਿਆਂ ਦੀ ਛਾਂ ਸੁਖਮਨੀ ਸਾਹਿਬ ਦੇ ਪਾਠ ਕੀਤੇ। ਮੈਨੂੰ ਅੰਦਰ ਕੋਈ ਸ਼ਾਂਤੀ ਨਹੀਂ ਮੈਨੂੰ ਮਿਲੀ। ਨੰਗੇ ਪੈਰੀ ਚੱਲੀਏ ਕੀਤੇ, ਸਾਰਾ ਕੁਝ ਕੀਤਾ, ਮੈਂ ਤੱਪੜ ਵਿਛਾ ਕੇ ਸਾਰਾ ਕੁਝ ਕੀਤਾ। ਫਿਰ ਮੇਰੀ ਮਾਮੀ ਸੱਸ ਨੇ ਕਿਹਾ ਕਿ ਇਹ ਗੁਰੂ ਆ, ਮੈਂ ਉਹਨਾਂ ਦਾ ਨਾਮ ਨਹੀਂ ਮੈਂਸ਼ਨ ਕਰਨਾ ਚਾਹੁੰਦੀ, ਇਹਨਾਂ ਦਾ ਨਾਮ ਲੈ, ਇਹ ਤੈਨੂੰ ਮੰਤਰ ਦਊਗੇ ਪੜ੍ਹਨ ਲਈ, ਉਹਦੇ ਨਾਲ ਤੇਰੇ ਮਨ ਦੇ ਅੰਦਰ ਸ਼ਾਂਤੀ ਆਊਗੀ। ਉਹ ਮੈਂ ਮੰਤਰ ਵੀ ਸਾਰੇ ਜਪੇ, 6 ਸਾਲ ਮੈਂ ਉਹ ਨਾਮ ਜਪਦੀ ਰਹੀ, ਪਰ ਮੈਨੂੰ ਕਿਸੇ ਤਰ੍ਹਾਂ ਵੀ ਮੇਰੇ ਅੰਦਰ ਸ਼ਾਂਤੀ ਨਹੀਂ ਆਈ, ਨਾ ਮੇਰਾ ਮੇਲ ਰੱਬ ਦੇ ਨਾਲ ਹੋਇਆ। ਔਰ ਮੇਰੇ ਹਸਬੈਂਡ ਨੇ ਮੈਨੂੰ ਇਹ ਕਿਹਾ ਕਿ ਤਰੁਣ ਨੇ ਤੇਰੀ ਲਾਈਫ ਆ, ਹੈ ਨਾ, ਤੂੰ ਇਹਦੇ ਬਾਰੇ ਦੇਖਣਾ, ਤੂੰ ਕਿਸ ਰਾਹ ਤੇ ਚੱਲਣਾ, ਕਿਸ ਤੇ ਨਹੀਂ। ਹਾਂ ਮੈਂ ਜਾਣਦਾ ਕਿ ਤੂੰ ਇਸ ਪਾਸੇ ਹੈ, ਤੇਰਾ ਨਿਸ਼ਚਾ ਇਸ ਪਾਸੇ ਹੈ। ਪਰ ਮੈਂ ਇਹ ਸੋਚਦੀ ਸੀ ਕਿ ਨਹੀਂ, ਮੇਰੇ 10 ਗੁਰੂ ਬਹੁਤ ਮਹਾਨ ਆ, ਕਿ ਇਹ ਇੱਕ ਦੇ ਪਿੱਛੇ ਮੈਂ ਕਿਉਂ ਚੱਲਾਂ। ਮੈਂ 10 ਗੁਰੂ ਆ, ਮੈਂ ਸਿੱਖੀਜ਼ਮ ਜਿਸ ਮੈਂ ਧਰਮ ਦੇ ਵਿੱਚ ਜਨਮ ਲਿਆ, ਮੇਰੀ ਰਗ ਦੇ ਵਿੱਚ ਉਹ ਚੀਜ਼ ਸੀ। ਨਹੀਂ, ਮੈਂ ਆਪਣੇ 10 ਗੁਰੂ ਕਿਸੇ ਹਾਲਤ ਵਿੱਚ ਨਹੀਂ ਛੱਡ ਸਕਦੀ। ਮੇਰੇ ਮਨ 'ਚ ਇਹ ਫਿਰ ਆਇਆ ਦੁਬਾਰਾ। ਤੇ ਫਿਰ ਜਦੋਂ ਮੈਂ ਇੱਦਾਂ ਹੀ ਪ੍ਰੋਬਲਮ ਦੇ ਵਿੱਚ ਸੀ, ਡਿਪਰੈਸ਼ਨ ਦੇ ਸੀ, ਐਜ਼ ਏ ਨੇਬਰ ਇਹ ਬ੍ਰਦਰ ਮੈਨੂੰ ਆਉਂਦੇ ਜਾਂਦੇ ਦੇਖਦੇ ਸੀ। ਇਹਨਾਂ ਨੇ ਮੈਨੂੰ ਇੱਕ ਦਿਨ ਕਿਹਾ, ਸਿਸਟਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਰੱਬ ਨਾ ਕਰੇ ਜ਼ਿੰਦਗੀ ਦੇ ਵਿੱਚ ਕੋਈ ਇੱਦਾਂ ਦੀ ਤੁਹਾਨੂੰ ਪ੍ਰੋਬਲਮ ਆ ਜਾਵੇ, ਤੁਹਾਨੂੰ ਕੋਈ ਸਾਰੇ ਰਸਤੇ ਤੁਹਾਡੇ ਲਈ ਬੰਦ ਹੋ ਜਾਣ, ਤੇ ਤੁਸੀਂ ਸਿਰਫ ਤੁਸੀਂ ਪੁਕਾਰ ਕੇ ਦੇਖਿਓ ਜੀਸਸ ਨੂੰ। ਉਹਨਾਂ ਨੂੰ ਸਿਰਫ ਇਹੀ ਕਹੀਓ ਕਿ ਤੁਸੀਂ ਮੇਰੇ ਜੀਵਨ 'ਚ ਕੰਮ ਕਰੋ, ਜੀਸਸ ਜੀ ਮੈਂ ਤੁਹਾਡੇ 'ਚ ਬਲੀਵ ਕਰਦੀ ਹਾਂ, ਹੈ ਨਾ। ਤੇ ਮੈਂ ਉਸ ਮੈਂ ਪਕੜ ਲਿਆ। ਮੈਂ ਘਰ ਆ ਕੇ ਇਹੀ ਕਿਹਾ ਕਿ ਨਹੀਂ, ਮੈਂ 10 ਆਪਣੇ ਗੁਰੂਆਂ ਨੂੰ ਪੁਕਾਰੂੰਗੀ, ਹੈ ਨਾ। ਤੇ ਜਦੋਂ ਮੈਨੂੰ ਇੱਦਾਂ ਛੋਟੀ ਜਿਹੀ ਪ੍ਰੋਬਲਮ ਆਈ ਕਾਲਜ ਦੇ ਵਿੱਚ, ਤੇ ਮੈਨੂੰ ਕੋਈ ਰਸਤਾ ਨਹੀਂ ਦਿਖ ਰਿਹਾ ਸੀ ਉਸ ਟਾਈਮ ਵੀ ਮੈਂ ਕੀ ਕਰਾਂ, ਤੇ ਉਸ ਲਈ ਮੈਨੂੰ ਬ੍ਰਦਰ ਜੌਨ ਦੀ ਮੇਰੇ ਦਿਮਾਗ ਦੇ ਵਿੱਚ ਇੱਕਦਮ ਗੱਲ ਆਈ ਔਰ ਮੈਂ ਉਸ ਵੇਲੇ ਗੋਡ ਜੀਸਸ ਨੂੰ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਮੈਂ ਅਜ਼ਮਾਇਆ ਕਿ ਹਾਂ ਵਾਕਿਆ ਹੀ ਜੀਵਤ ਪਰਮੇਸ਼ਰ ਹੈ। ਮੈਂ ਪ੍ਰਾਰਥਨਾ ਵੀ ਇਹੀ ਕੀਤੀ ਕਿ ਪ੍ਰਭੂ ਯਿਸੂ ਜੀ ਮੈਂ ਤੁਹਾਡੇ 'ਚ ਵਿਸ਼ਵਾਸ ਕਰਦੀ ਹਾਂ ਕਿ ਜੇ ਤੁਸੀਂ ਜਿੰਦੇ ਪਰਮੇਸ਼ਰ ਹੋ ਤੇ ਮੇਰਾ ਇਹ ਕੰਮ ਕਰੋ। ਮੈਂ ਇਹਦੇ ਵਿੱਚ ਫਸ ਗਈ ਹਾਂ ਤੇ ਉਹ ਮੇਰਾ ਕੰਮ ਭੈਣ ਤੇ ਪ੍ਰਭੂ ਹੋ ਗਿਆ। ਜਦੋਂ ਮੇਰਾ ਕੰਮ ਹੋ ਗਿਆ, ਮੇਰੇ ਅੰਦਰ ਇੱਕ ਉਮੀਦ ਬਣ ਗਈ ਕਿ ਹਾਂ ਵਾਕਿਆ ਇਹ ਜੀਵਤ ਪਰਮੇਸ਼ਰ ਆ, ਇਹਨੇ ਮੇਰੀ ਪ੍ਰਾਰਥਨਾ ਸੁਣੀ। ਤੇ ਜਦੋਂ ਮੇਰੇ ਬੱਚੇ ਮੇਰੇ ਛੱਡਣ ਮੇਰੇ ਫਾਦਰ ਇੱਥੇ ਇੰਗਲੈਂਡ ਆਏ ਵਾਪਸ, ਜਦੋਂ ਮੇਰੀ ਸਟੱਡੀ ਓਵਰ ਹੋ ਗਈ ਤੇ ਮੇਰੇ ਡਿਪਰੈਸ਼ਨ ਅਟੈਕ ਇੰਨੇ ਵੱਧ ਗਏ ਸੀ, ਮੇਰਾ 10 kg weight ਲੂਜ਼ ਹੋ ਗਿਆ ਸੀ ਔਰ ਮੈਂ ਮੌਤ ਦੇ ਕਗਾਰ ਤੇ ਸੀ। ਮੈਂ 10 ਮਿੰਟ ਕੰਟੀਨਿਊਸਲੀ ਖੜੀ ਹੋ ਕੇ ਸਬਜ਼ੀ ਨੂੰ ਤੜਕਾ ਨਹੀਂ ਲਗਾ ਸਕਦੀ ਸੀ। ਜਦੋਂ ਮੇਰੇ ਫਾਦਰ ਨੇ ਮੇਰੀ ਇਹ ਹਾਲਤ ਦੇਖੀ, ਜਿਹੜੀ ਆਲਰੇਡੀ ਆਪਣੀ ਵਾਈਫ ਬੇਟਾਈਮੇ ਖੋ ਚੁੱਕਾ ਸੀ, ਆਪਣਾ ਇਕਲੌਤਾ ਪੁੱਤਰ ਬੇਟਾਈਮੇ ਖੋ ਚੁੱਕਾ ਸੀ, ਉਹਨੂੰ ਦੇਖ ਰਿਹਾ ਸੀ ਕਿ ਮੇਰੀ ਛੋਟੀ ਬੇਟੀ ਵੀ ਹੁਣ ਨਹੀਂ ਬਚਣੀ। ਉਹਨਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਹੁੰਦੀ ਸੀ। ਸਵੇਰੇ ਅਸੀਂ ਦੋਨੋਂ ਉੱਠ ਕੇ ਮੇਰੇ ਫਾਦਰ ਤੇ ਮੈਂ ਰੋਂਦੇ ਹੁੰਦੇ ਸੀ। ਤੇ ਮੇਰੇ ਫਾਦਰ ਨੇ
ਇੱਥੇ ਆ ਕੇ ਟਿਕਟ ਵਧਾਉਂਦੇ ਆ ਲੋਕੀ। ਮੇਰੇ ਫਾਦਰ ਨੇ ਪਹਿਲੇ ਟਿਕਟ ਕਰਾ ਕੇ ਮੈਨੂੰ ਕਿਹਾ ਮੈਨੂੰ ਇੱਥੇ ਘੁਟਨ ਹੁੰਦੀ ਹੈ ਬੇਟਾ, ਮੈਨੂੰ ਜਾਣ ਦੇ, ਤੇ ਉਹ ਚਲੇ ਗਏ ਇੱਥੋਂ। ਮੈਂ ਉਹਨਾਂ ਨੂੰ ਰੋਕਿਆ ਨਹੀਂ, ਤੇ ਉਹਨਾਂ ਨੂੰ ਪਤਾ ਸੀ ਇਹਦਾ ਮੌਤ ਆ। ਮੈਂ ਡੈਡੀ ਨੂੰ ਵੀ ਕਿਹਾ ਕਿ ਪਤਾ ਨਹੀਂ ਅਸੀਂ ਹੁਣ ਦੁਬਾਰਾ ਮਿਲਣਾ ਕਿ ਨਹੀਂ ਮਿਲਣਾ। ਤੇ ਜਦੋਂ ਡੈਡ ਉੱਥੇ ਗਏ ਤੇ ਉਹਨਾਂ ਨੂੰ ਹਾਰਟ ਪ੍ਰੋਬਲਮ ਹੋ ਗਈ, ਉਹਨਾਂ ਦੀਆਂ 2 ਆਰਟਰੀਜ਼ ਬਲੌਕ ਹੋ ਗਈਆਂ ਔਰ ICU ਦੇ ਵਿੱਚ ਸੀ। ਮੇਰੀ ਸਿਸਟਰ ਦਾ ਮੈਨੂੰ ਫੋਨ ਆਇਆ ਔਰ ਉਹ ਰੋ ਰੋ ਕੇ ਮੈਨੂੰ ਫੋਨ ਕਰ ਰਹੀ ਸੀ, ਔਰ ਉਸਲੇ ਤਾਂ ਮੈਂ ਤੁਹਾਨੂੰ ਤੁਸੀਂ ਸਮਝ ਸਕਦੇ ਹੋ ਕਿ ਮੇਰੇ ਤੇ ਕੀ ਬੀਤਦੀ ਹੋਊਗੀ। ਮੈਂ ਜਿਸ ਜਗ੍ਹਾ ਦੇ ਉੱਤੇ ਪਾਠ ਕਰਦੀ ਸੀ, ਜਿਹੜੀ ਮੈਂ ਗੁਰੂਆਂ ਦੇ ਅੱਗੇ ਚੀਕੀ ਰੋਈ, ਉੱਚੀ ਉੱਚੀ ਬੋਲੀ ਕਿ ਸੱਚਮੁੱਚ ਇੱਕ ਜੀ ਮੇਰੇ ਘਰ ਦੇ ਵਿੱਚ ਬਚਿਆ ਹੈ। ਮੈਂ ਅਨਾਥ ਹੋ ਗਈ ਹਾਂ, ਮੈਂ ਅੱਜ ਅਨਾਥ ਹੋ ਗਈ ਹਾਂ, ਤੁਸੀਂ ਕੁਝ ਕਰੋ, ਤੁਸੀਂ ਬੋਲੋ, ਤੁਸੀਂ ਕਿਉਂ ਨਹੀਂ ਬੋਲਦੇ। ਜਦੋਂ ਮੈਂ ਗੁਰਦੁਆਰੇ ਵੀ ਜਾਂਦੀ ਸੀ, ਮੇਰਾ ਪਾਠ ਵਿੱਚ ਮੈਂ ਘੱਟ ਸੁਣਦੀ ਸੀ, ਮੈਂ ਆਲਾ ਦੁਆਲਾ ਦੇਖਦੀ ਸੀ ਵੀ ਗੁਰੂ ਨਾਨਕ ਦੇਵ ਜੀ ਮੈਨੂੰ ਕਿਤੇ ਦਰਸ਼ਨ ਦੇਣ, ਮੈਨੂੰ ਮਿਲਣ, ਤੇ ਬਟ ਮੇਰੀ ਜੀਵਨ ਦੇ ਵਿੱਚ ਕੋਈ ਮੈਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ। ਫਿਰ ਜਦੋਂ ਮੇਰੇ ਡੈਡ ਦੀ ਮੈਂ ਹਾਲਤ ਸੁਣੀ ਤਾਂ ਮੈਂ ਬਿਲਕੁਲ ਟੁੱਟ ਗਈ, ਔਰ ਮੇਰਾ ਬਹੁਤ ਹੀ ਐਂਡਲਾ ਟਾਈਮ ਆ ਗਿਆ। ਮੇਰੇ ਸਿਰ ਦੇ ਵਿੱਚ ਇੰਨਾ ਜ਼ਬਰਦਸਤ ਅਟੈਕ ਹੋਇਆ, ਤੇ ਜਦੋਂ ਮੈਂ ਡਾਕਟਰ ਕੋਲ ਗਈ ਤੇ ਉਹਨੇ ਇਹੀ ਕਿਹਾ ਕਿ ਤੁਸੀਂ ਆਪਣਾ ਖਿਆਲ ਰੱਖੋ, ਡੋਜ਼ ਵਧਾਈਆਂ ਉਹਨੇ ਮੇਰੀਆਂ, ਸਾਰਾ ਕੁਝ। ਤੇ ਜਦੋਂ ਮੈਂ ਟਾਈਮ ਅੱਛਾ ਠੀਕ ਹੈ, ਤੇ ਫਿਰ ਉਹਨਾਂ ਨੇ ਫਿਰ ਮੈਨੂੰ ਬ੍ਰਦਰ ਜੌਨ ਨੇ ਕਿਹਾ, ਜਦੋਂ ਇਹਨਾਂ ਨੂੰ ਮੈਂ ਆਪਣੇ ਫਾਦਰ ਸਾਹਿਬ ਬਾਰੇ ਦੱਸਿਆ ਕਿ ਇਹਨਾਂ ਦੀ ਮਦਰ ਇਨ ਲਾ ਇੰਡੀਆ ਗਏ ਹੋਏ ਸੀਗੇ, ਇਹਨਾਂ ਨੇ ਮੈਨੂੰ ਕਿਹਾ ਮੇਰੇ ਮਦਰ ਇਨ ਲਾ ਇੰਡੀਆ ਗਏ ਹੋਏ ਆ ਤੇ ਤੁਹਾਡੇ ਡੈਡ ਦੇ ਘਰ ਜਾ ਕੇ ਉਹਨਾਂ ਨੂੰ ਤਸੱਲੀ ਦੇ ਸਕਦੇ ਆ। ਤੇ ਜਦੋਂ ਮੈਂ ਇਹਨਾਂ ਨੂੰ ਹਾਂ ਕਰ ਦਿੱਤੀ ਬੜੀ ਖੁਸ਼ੀ ਹੋ ਕੇ। ਮੈਂ ਚਾਹੁੰਦੀ ਸੀ ਮੈਂ ਉਹਨਾਂ ਨੂੰ ਜਮਾ ਕੇ ਦੇਖ ਲਿਆ ਸੀ ਯਿਸੂ ਨੂੰ, ਉਹਨਾਂ ਨੇ ਮੇਰੇ ਜੀਵਨ ਦੇ ਵਿੱਚ ਕੰਮ ਕੀਤਾ ਸੀ। ਮੈਂ ਚਾਹੁੰਦੀ ਸੀ ਕਿ ਹਾਂ ਇਹ ਜਾਣ, ਸ਼ਾਇਦ ਮੇਰੇ ਡੈਡੀ ਦੇ ਘਰ ਦੇ ਵਿੱਚ ਕੋਈ ਕੰਮ ਹੋਵੇ। ਜਦੋਂ ਮੇਰੇ ਮਮ ਉੱਥੇ ਗਏ, ਸੱਚਮੁੱਚ ਜੋ ਮੌਤ ਦਾ ਪਹਿਰਾ ਸੀ ਮੇਰੇ ਘਰ ਦੇ ਵਿੱਚ, ਉਹ ਪਰਮੇਸ਼ਰ ਨੇ ਜੋ ਮਮ ਦੇ ਨਾਲ ਪ੍ਰਭੂ ਦੇ ਸੇਵਕ ਗਏ ਸੀ ਉਹਨਾਂ ਨੂੰ ਦਿਖਾਇਆ, ਔਰ ਉੱਥੇ ਉਹ ਬੰਧਨ ਟੁੱਟਿਆ। ਉਸ ਦਿਨ ਮੇਰੀ ਸਿਸਟਰ ਨੇ ਤੋਬਾ ਕੀਤੀ, ਉਹ ਵੀ ਡਿਪਰੈਸ਼ਨ ਦੀ ਮਰੀਜ਼ ਸੀ, ਉਹਦੀ ਜ਼ਿੰਦਗੀ ਵਿੱਚ ਪ੍ਰਭੂ ਨੇ ਕੰਮ ਕੀਤਾ। ਉਹਦੀਆਂ ਸਾਰੀਆਂ ਦਵਾਈਆਂ ਉਹਦੇ ਪਰਸ ਦੇ ਵਿੱਚ ਮਹੀਨਾ ਹੋ ਗਈਆਂ ਐਜ਼ ਇਟ ਇਜ਼ ਹੀ ਪਈਆਂ ਸੀ। ਜਦੋਂ ਦੀਦੀ ਨੇ ਮੈਨੂੰ ਇਹ ਗਵਾਹੀ ਦਿੱਤੀ ਕਿ ਉਹਨਾਂ ਨੇ ਜਦੋਂ ਮੇਰੇ ਤੇ ਪ੍ਰਾਰਥਨਾ ਕੀਤੀ, ਮੇਰੇ ਮਨ ਦੇ ਵਿੱਚ ਇੱਕ ਸ਼ਾਂਤੀ ਸਕੂਨ ਆ ਗਿਆ ਜਿਹੜਾ ਮੇਰੀ ਬ੍ਰਦਰ ਦੀ ਡੈਥ ਤੋਂ ਬਾਅਦ ਆ ਨਹੀਂ ਰਿਹਾ ਸੀ। ਤੇ ਮੈਂ ਇੱਕਦਮ ਹਿਲ ਗਈ ਔਰ ਮੈਂ ਮਮ ਨੂੰ ਮਿਲੀ। ਜਦੋਂ ਮਮ ਇੱਥੇ ਆਏ ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਮੈਂ ਤੋਬਾ ਕਰਨਾ ਚਾਹੁੰਦੀ ਹਾਂ, ਮੈਂ ਆਪਣੇ ਪਾਪਾ ਨੂੰ ਮੰਨ ਕੇ ਛੱਡਣਾ ਚਾਹੁੰਦੀ ਹਾਂ ਔਰ ਯਿਸੂ ਨੂੰ ਆਪਣੇ ਜੀਵਨ ਮੁਕਤੀ ਦਾਤਾ ਮੰਨਣਾ ਚਾਹੁੰਦੀ। ਉਸ ਦਿਨ ਮੈਂ ਤੋਬਾ ਕੀਤੀ ਔਰ ਮੈਨੂੰ ਮਮ ਨੇ ਕਿਹਾ ਕਿ ਪ੍ਰਭੂ ਨੇ ਮੈਨੂੰ ਵਰਦਾਨ ਦਿੱਤਾ ਹੈ ਕਿ ਜਿਹੜੀ ਮੇਰੀ ਗਵਾਹੀ ਸੁਣ ਕੇ ਤੋਬਾ ਕਰੂ ਕਦੀ ਗੋਲੀ ਨਹੀਂ ਖਾਊ, ਪਰ ਤੂੰ ਉਦੋਂ ਤੱਕ ਨਾ ਛੱਡੀ ਜਦ ਤੱਕ ਤੈਨੂੰ ਪ੍ਰਭੂ ਨਹੀਂ ਕਹਿੰਦਾ। ਮੈਂ ਮਮ ਨੂੰ ਕਿਹਾ ਮਮ ਮੇਰੇ ਮਨ 'ਚ ਸਿਰਫ ਇੱਕ ਇੱਛਾ ਆ ਕਿ ਰੱਬ ਮੇਰੇ ਨਾਲ ਬੋਲੇ, ਮੇਰੀ ਬਚਪਨ ਦੇ ਵਿੱਚ ਇੱਕੋ ਹੀ ਇੱਛਾ ਹੈ ਰੱਬ ਮੇਰੇ ਨਾਲ ਬੋਲੇ। ਮਮ ਕਹਿੰਦੇ ਨਹੀਂ ਬੋਲੂਗਾ। ਪਰ 9ਵੇਂ ਦਿਨ ਤੋਬਾ ਕਰਨ ਤੋਂ ਬਾਅਦ ਮੈਂ ਪਾਠ ਕਰਨਾ ਨਹੀਂ ਛੱਡਿਆ। ਪਰ ਜਦੋਂ ਮੈਂ ਪਾਠ ਕਰ ਰਹੀ ਸੀ ਇੱਕ 9ਵੇਂ ਦਿਨ ਤਾਂ ਮੇਰੀ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਜਲਨ ਸ਼ੁਰੂ ਹੋ ਗਈ। ਮੈਨੂੰ ਸਮਝ ਨਹੀਂ ਆ ਰਹੀ ਸੀ ਜਲਨ ਕਿਉਂ ਹੋ ਰਹੀ ਆ। ਫਿਰ ਜਦੋਂ ਮੈਂ ਪਾਠ ਕਰਕੇ ਯਿਸੂ ਜੀ ਦੀ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਗਵਾਹੀਆਂ ਦੀ, ਤੇ ਉੱਥੇ ਉਹ ਯਿਸੂ ਜੀ ਮੇਰੇ ਨਾਲ ਬੋਲੇ, ਮੈਂ ਤੈਨੂੰ ਕਦੇ ਅਨਾਥ ਨਹੀਂ ਛੱਡੂੰਗਾ, ਨਾ ਮੈਂ ਕਦੀ ਤੈਨੂੰ ਤਿਆਗੂੰਗਾ, ਜਾ ਬੇਟਾ ਯਿਸੂ ਦੀ ਤਨ ਮਨ ਨਾਲ ਸੇਵਾ ਕਰ। ਥੈਂਕ ਯੂ ਵੈਰੀ ਮਚ ਸਿਸਟਰ। ਪ੍ਰਭੂ ਤੈਨੂੰ ਬਹੁਤ ਸਾਰੀ ਬਰਕਤ ਅਸ਼ੀਸ਼ ਦੇਵੇ। ਅਗਲੇ ਹਫਤੇ ਦਾ ਪ੍ਰੋਗਰਾਮ ਜਿਹੜਾ ਪਾਸਟਰ ਵੋਲਟਰ ਜਗੀਰਦਾਰ ਸਾਡੇ ਨਾਲ ਰੂਬਰੂ ਹੋਣਗੇ। ਤੇ ਮੈਂ ਇੱਕ ਜਾਂਦੇ ਵਕਤ ਦੱਸ ਜਾਵਾਂ ਕਿ ਅਸੀਂ ਇੱਕ ਟਰਕੀ ਪੈਟਮੋਸ ਦਾ ਟੂਰ 9 ਦਿਨ ਦਾ ਕਰ ਰਹੇ ਹਾਂ, ਜਿਹਦੀ ਕੀਮਤ ਤਕਰੀਬਨ 900 ਪਾਉਂਡ ਹੋਵੇਗੀ। 9 ਡੇਜ਼ ਟੂਰ 900 ਪਾਉਂਡ। ਤੇ ਅਗਰ ਕੋਈ ਜਾਣਾ ਚਾਹੁੰਦਾ ਹੋਵੇ ਤੇ ਜ਼ਰੂਰ ਸਾਡੇ ਨਾਲ ਗੱਲਬਾਤ ਕਰੀਏ। ਉਹ ਇਹਦੇ ਨਾਲ ਹੀ ਹੋਲੀ ਲੈਂਡ ਦਾ ਟੂਰ ਜਿਹੜਾ 6 ਅਕਤੂਬਰ ਤੋਂ ਲੈ ਕੇ 17 ਤੱਕ ਹੈ, ਤੇ ਤੁਸੀਂ ਉਹਦੇ ਬਾਰੇ ਵੀ ਜਾਣਕਾਰੀ ਕਰਨੀ ਚਾਹੁੰਦੇ ਤੇ ਸਕਰੀਨ ਤੇ ਮਿਲਿਆ ਨੰਬਰ ਦੇ ਨਾਲ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਅਸ਼ੀਸ਼ ਦੇਵੇ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੀਏ। ਅਗਲੇ ਹਫਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਸਭ ਨੂੰ ਸਾਡੇ ਵੱਲੋਂ ਜੈ ਮਸੀਹ ਦੀ। ਜੈ ਮਸੀਹ ਦੀ। ਜੈ ਮਸੀਹ।